कि अपने पंजाबियों ਦੇ ਵਿੱਚੋਂ ਸਾਡੀ ਗਿਣਤੀ ਇੰਨੀ ਨਹੀਂ ਹੈਗੀ ਪਰ 40% ਤੋਂ ਜ਼ਿਆਦਾ ਲੋਕੀ ਇਨਵੋਲਵ ਹੈਗੇ ਇੱਥੇ ਜਿਹੜੇ ਗੈਂਗਸ ਨੇ ਉਹਨਾਂ ਦੇ ਵਿੱਚ ਤੇ ਇਹਦਾ ਕੀ ਕਾਰਨ ਮੰਨਦੇ ਹੋ ਡਾਕਟਰ ਸਾਹਿਬ? ਵੀ ਇੱਥੇ ਮੈਨੂੰ ਲੱਗਦਾ ਥੋੜਾ ਜਿਹਾ ਜੋ ਆ ਰਹੇ ਨੇ ਲੋਕ ਜਾਂ ਇੱਥੇ ਜੰਮੇ ਪਲੇ ਨੇ ਇੱਕ ਤੋਂ ਛੇਤੀ ਵਧਣਾ ਚਾਹੁੰਦੇ ਨੇ, ਆਪਣੇ ਹੱਕ ਦੀ ਕਮਾਈ ਨਾਲ ਨਹੀਂ ਵਧਣਾ ਚਾਹੁੰਦੇ। ਜ਼ਿਆਦਾ ਜਿਹੜੀ ਮੈਜੋਰਿਟੀ ਸਟੂਡੈਂਟਸ ਆ ਰਹੇ ਨੇ ਜਿਹੜੇ ਤੇ ਉਹਨਾਂ ਪ੍ਰਤੀ ਵੀ ਕਈ ਜਿਹੜੇ ਪੁਰਾਣੇ ਲੋਕੀ ਨੇ ਆਪਣੇ ਉਹ ਉਹਨਾਂ ਨੂੰ ਸਮਝਦੇ ਨੇ ਵੀ ਇਹ ਸਟੂਡੈਂਟ ਐਵੇਂ ਆ ਕੇ ਗੰਦ ਪਾਉਂਦੇ ਨੇ। ਜਿਹੜੀ ਗੱਲ ਰਹੀ ਵਿਤਕਰੇ ਦੀ, ਜਿਹੜਾ ਇੱਕ ਦੂਜੇ ਨਾਲ ਡਿਸਕ੍ਰਿਮੀਨੇਟ ਕਰਦੇ ਹਾਂ ਅਸੀਂ, ਇਹ ਸਿਰਫ ਗੋਰੇ ਪੰਜਾਬੀ ਨਾਲ ਨਹੀਂ ਗੀ, ਅਸੀਂ ਵਿੱਚ ਵੀ ਕਰਦੇ ਹਾਂ, ਇੱਕ ਦੂਏ ਨਾਲ ਵੀ ਕਰਦੇ ਹਾਂ। ਸੰਘਰਸ਼ ਉੱਥੋਂ ਸ਼ੁਰੂ ਹੋਇਆ ਗੁਰਦੁਆਰੇ ਦੇ ਵਿੱਚੋਂ, ਐਂਡ ਇਹ ਨਹੀਂ ਸੀਗਾ ਕਿ ਸਿੱਖਾਂ ਲਈ ਸੀ, ਸਾਰਿਆਂ ਲਈ ਸੀ। ਜਿਹੜੇ ਪਹਿਲਾਂ ਆਏ ਸੀ ਉਹਨਾਂ ਦੇ ਮੋਢਿਆਂ ਤੇ ਖੜ ਕੇ ਅਸੀਂ ਖੜੇ ਹਾਂ। ਅੱਜ ਜਿਹੜੀਆਂ ਉਹਨਾਂ ਨੇ ਤਕਲੀਫਾਂ ਝੱਲੀਆਂ ਅਸੀਂ ਮੰਨ ਨਹੀਂ ਸਕਦੇ। ਅਸੀਂ ਸੋਚਦੇ ਹਾਂ ਅੱਜ ਕੱਲ੍ਹ ਮੁਸ਼ਕਿਲਾਂ ਨੇ, ਪਰ ਉਹਨਾਂ ਵਰਗੀਆਂ ਮੁਸ਼ਕਿਲਾਂ ਨਹੀਂ ਨੇ। ਟੀਵੀ ਪੰਜਾਬ ਤੇ ਤੁਹਾਡਾ ਸਭ ਦਾ ਸਵਾਗਤ ਹੈ। ਸਾਥੀਓ, ਜੇ ਕਿਸੇ ਸਬਜੈਕਟ ਵਾਸਤੇ ਆਥੈਂਟਿਕ, ਇਨ ਡੈਪਥ ਤੇ ਆਬਜੈਕਟਿਵ ਇਨਫੋਰਮੇਸ਼ਨ ਲੈਣੀ ਹੋਵੇ ਤਾਂ ਯੂਨੀਵਰਸਿਟੀ ਪ੍ਰੋਫੈਸਰ ਤੋਂ ਵੱਡਾ ਜ਼ਰੀਆ ਕੋਈ ਨਹੀਂ ਹੋ ਸਕਦਾ। ਸੋ ਇਸੇ ਕਰਕੇ ਅਸੀਂ ਤੁਹਾਨੂੰ ਮੇਜਰ ਵੈਲੀ ਯੂਨੀਵਰਸਿਟੀ ਲੈ ਕੇ ਆਏ ਹਾਂ। ਇੱਥੇ ਸਾਡੇ ਨਾਲ ਮੌਜੂਦ ਨੇ ਡਾਕਟਰ ਸਤਵਿੰਦਰ ਕੌਰ ਬੈਂਸ, ਜਿਹੜੇ ਕਿ ਐਸੋਸੀਏਟ ਪ੍ਰੋਫੈਸਰ ਨੇ ਕਲਚਰ, ਮੀਡੀਆ ਐਂਡ ਸੁਸਾਇਟੀ ਡਿਪਾਰਟਮੈਂਟ ਦੇ ਵਿੱਚ। ਇਹਨਾਂ ਦਾ ਇੱਕ ਬਹੁਤ ਲੰਬਾ ਕਰੀਅਰ ਹੈ ਅਕੈਡਮਿਕ। ਇਹਨਾਂ ਨੇ ਕਾਫੀ ਲੰਬਾ ਸਮਾਂ ਇੱਥੇ ਟੀਚ ਕਰ ਰਹੇ ਨੇ ਲੰਬੇ ਸਮੇਂ ਤੋਂ। ਉਸ ਤੋਂ ਇਲਾਵਾ ਇਹਨਾਂ ਨੇ ਬਹੁਤ ਸਾਰੇ ਨੈਸ਼ਨਲ ਤੇ ਇੰਟਰਨੈਸ਼ਨਲ ਜਰਨਲਸ ਦੇ ਵਿੱਚ ਰੇਂਜ ਆਫ ਟੌਪਿਕਸ ਦੇ ਉੱਤੇ ਆਰਟੀਕਲਸ ਲਿਖੇ ਨੇ, ਬਹੁਤ ਸਾਰੀਆਂ ਬੁੱਕਸ ਲਿਖੀਆਂ ਨੇ। ਸੋ ਅੱਜ ਇਹਨਾਂ ਦੀ ਗੱਲਬਾਤ ਤੁਹਾਡੇ ਨਾਲ ਕਰਾਉਂਦੇ ਹਾਂ। ਤੇ ਡਾਕਟਰ ਸਾਹਿਬ, ਤੁਹਾਡਾ ਬਹੁਤ ਧੰਨਵਾਦ ਹੈ ਜੀ, ਤੁਸੀਂ ਸਾਨੂੰ ਸਮਾਂ ਦਿੱਤਾ। ਬਹੁਤ ਸਵਾਗਤ ਹੈ ਟੀਵੀ ਪੰਜਾਬ ਤੇ। ਥੈਂਕ ਯੂ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਅੱਛਾ, ਤੁਸੀਂ ਪਿਛਲੇ 47 ਸਾਲ ਤੋਂ ਇੱਥੇ ਆਏ ਹੋ, ਰਹਿ ਰਹੇ ਹੋ, ਤੇ ਸਾਨੂੰ ਥੋੜਾ ਐਕਸਪੀਰੀਅੰਸ ਦੱਸੋ ਵੀ ਉਦੋਂ ਦੇ ਹਾਲਾਤ ਕਿਹੋ ਜਿਹੇ ਸੀਗੇ, ਕਿਹੋ ਜਿਹਾ ਸਟਰਗਲ ਸੀ, ਕਿਹੋ ਜਿਹੀ ਡਿਸਕ੍ਰਿਮੀਨੇਸ਼ਨ ਸੀਗੀ, ਕੀ ਚੈਲੰਜਸ ਸੀਗੇ? ਜਦੋਂ ਅਸੀਂ ਪਹਿਲਾਂ ਆਏ ਹਾਂ ਜੀ, ਸਾਨੂੰ ਤਾਂ ਖਿਆਲ ਸੀਗਾ ਕਿ ਵੈਸਟਰਨ ਸੁਸਾਇਟੀ ਹੈ, ਕਿ ਇੱਥੇ ਤਾਂ ਬਹੁਤ ਲੋਕਾਂ ਦੇ ਦਿਮਾਗ ਬਹੁਤ ਖੁੱਲ੍ਹੇ ਹੋਣੇ ਹੈ, ਓਪਨ ਸੁਸਾਇਟੀ ਹੋਏਗੀ ਅਤੇ ਉਹਨਾਂ ਨੂੰ ਬਹੁਤ ਨੌਲੇਜ ਹੋਏਗੀ ਸਾਡੇ ਬਾਰੇ। ਬਟ ਰੀਅਲੀ ਉਹਨਾਂ ਨੂੰ ਬਹੁਤ ਥੋੜ੍ਹੀ ਨੌਲੇਜ ਸੀ ਸਾਡੇ ਬਾਰੇ। ਜਦੋਂ ਅਸੀਂ ਆਏ ਹਾਂ ਤਾਂ ਪੰਜਾਬੀ ਲੋਕ ਇੱਥੇ ਉੱਥੋਂ 50 ਸਾਲ ਪਹਿਲਾਂ ਵੀ ਆਏ ਹੋਏ ਸੀਗੇ, ਪਰ ਇਹਨਾਂ ਨੂੰ ਜਿਹੜੇ ਇੱਥੇ ਆਮ ਤੌਰ ਜਨਤਾ ਹੈਗੀ ਉਹਨੂੰ ਲੱਗਦਾ ਸੀ ਕਿ ਅਸੀਂ ਹੁਣੇ ਹੀ ਆਏ ਹਾਂ। ਆਮ ਤੌਰ 'ਤੇ ਕੁਐਸਚਨ ਪੁੱਛਿਆ ਜਾਂਦਾ ਸੀ, ਤੁਸੀਂ ਕਦੋਂ ਆਏ ਹੋ, ਕਿੱਥੋਂ ਆਏ ਹੋ? ਸੋ ਪਹਿਲਾਂ ਤਾਂ ਲੱਗਿਆ ਕਿ ਠੀਕ ਹੈ ਪੁੱਛ ਰਹੇ ਨੇ, ਪਰ ਓਵਰ ਟਾਈਮ ਲੱਗਾ ਵੀ ਤੁਸੀਂ ਸਮਝਦੇ ਨਹੀਂ ਕਿ ਸਾਡੀ ਵੀ ਇੱਥੇ ਹਿਸਟਰੀ ਹੈਗੀ, 50 ਸਾਲ ਪੁਰਾਣੀ ਹਿਸਟਰੀ ਹੈਗੀ। ਪਰ ਪ੍ਰੋਬਲਮ ਇਹ ਹੈ ਕਿ ਸਕੂਲਾਂ ਵਿੱਚ ਕੋਈ ਪੜ੍ਹਾ ਨਹੀਂ ਰਿਹਾ ਸੀ ਇਹ ਹਿਸਟਰੀ, ਤੇ ਕੋਈ ਲਿਖ ਨਹੀਂ ਰਿਹਾ ਸੀ ਇਹਦੇ ਬਾਰੇ। ਅਤੇ ਜਿਹੜੇ ਪਹਿਲੇ ਲੋਕ ਆਏ ਸੀ, ਮੈਂ ਐਗਰੀ ਕਰਦੀ ਹਾਂ ਕਿ ਉਹਨਾਂ ਨੂੰ ਬਹੁਤ ਸਟਰਗਲ ਫੇਸ ਕੀਤੀ, ਉਹਨਾਂ ਨੇ ਬਹੁਤ ਹੀ ਪ੍ਰੋਬਲਮਾਂ ਹੱਲ ਕੀਤੀਆਂ ਉਹਨਾਂ ਨੇ। ਅਤੇ ਉਸ ਟਾਈਮ 'ਤੇ ਉਹਨਾਂ ਨੂੰ ਇਹ ਨਹੀਂ ਸੀਗਾ ਕਿ ਸਾਡੀ ਜੀ ਹਿਸਟਰੀ ਕੋਈ ਲਿਖੇ। ਉਹਨੂੰ ਤਾਂ ਸੀਗਾ ਉਹਨਾਂ ਨੂੰ ਕਿ ਅਸੀਂ ਕਿੱਥੇ ਰਵਾਂਗੇ, ਕਿੱਥੋਂ ਖਾਣਾ ਪੀਣਾ ਮਿਲੇਗਾ, ਕਿੱਥੇ ਕੰਮ ਮਿਲੇਗਾ। ਸੋ ਉਹ ਸਰਵਾਈਵਲ ਦੇ ਮੋਡ ਵਿੱਚ ਸੀਗੇ, ਅਤੇ ਸਰਵਾਈਵਲ ਮੋਡ ਦੇ ਵਿੱਚ ਬਹੁਤ ਮੁਸ਼ਕਿਲਾਂ ਆਉਂਦੀਆਂ ਨੇ। ਅਤੇ ਉਸ ਵੇਲੇ ਮੈਨੂੰ ਲੱਗਾ ਕਿ ਇੰਨੇ ਸਾਲ ਹੋ ਗਏ ਨੇ, ਪਰ ਜਨਤਾ ਥੋੜ੍ਹੀ ਸੀਗੀ, ਕਮਿਊਨਿਟੀ ਥੋੜ੍ਹੇ ਨੰਬਰਸ ਦੀ ਸੀਗੀ। ਉਹਨਾਂ ਨੂੰ ਤਾਂ ਗੋਰਿਆਂ ਵਾਂਗੂ ਰਹਿਣਾ ਪੈਂਦਾ ਸੀਗਾ, ਉਹਨਾਂ ਵਾਂਗੂ ਗੱਲਬਾਤ ਕਰੋ, ਉਹਨਾਂ ਵਾਂਗੂ ਕੱਪੜੇ ਪਾਓ, ਉਹਨਾਂ ਵਾਂਗੂ ਕੰਮ ਕਰੋ। ਸੋ ਹੁਣ ਜਿੱਦਾਂ ਮੈਂ ਦੇਖਦੀ ਹਾਂ ਇੰਨੇ ਸਾਲਾਂ ਬਾਅਦ, 119 ਸਾਲ ਹੋ ਗਏ ਸਾਨੂੰ ਇੱਥੇ ਕੈਨੇਡਾ ਵਿੱਚ ਆਇਆਂ ਨੂੰ, ਅਤੇ ਹੁਣ ਕਿੰਨਾ ਬਦਲਾਅ ਆ ਗਿਆ। ਲੋਕੀ ਆਪਣੇ ਕੱਪੜੇ ਪਾ ਕੇ ਬਾਹਰ ਜਾਂਦੇ ਨੇ। ਪਹਿਲਾਂ ਕੋਈ ਪਾਉਂਦਾ ਨਹੀਂ ਸੀ ਸੂਟ ਵਗੈਰਾ, ਉਹਨਾਂ ਨੂੰ ਗੋਰਿਆਂ ਦੇ ਕੱਪੜੇ ਪਾਉਣੇ ਪੈਂਦੇ ਸੀਗੇ, ਤੀਵੀਆਂ ਨੂੰ ਡਰੈਸਾਂ ਪਾਉਣੀਆਂ ਪੈਂਦੀਆਂ ਸੀਗੀਆਂ, ਆਦਮੀਆਂ ਨੇ ਆਪਣੇ ਵਾਲ ਕਟਾਤੇ, ਪੱਗਾਂ ਲਾਤੀਆਂ। ਸੋ ਬਹੁਤ ਮੁਸ਼ਕਿਲਾਂ ਆਈਆਂ ਆਈਡੈਂਟੀਟੀ ਬਾਰੇ, ਆਪਣੇ ਪਿਛੋਕੜ ਬਾਰੇ, ਆਪਣੇ ਭਵਿੱਖ ਬਾਰੇ ਸੋਚਣਾ ਪੈਂਦਾ ਸੀਗਾ। ਅਤੇ ਹੌਲੀ ਹੌਲੀ ਸਾਡੇ ਨੰਬਰ ਵੀ ਵੱਧਦੇ ਰਹੇ ਅਤੇ ਅਸੀਂ ਸਟਰੋਂਗ ਹੁੰਦੇ ਰਹੇ। ਅਸੀਂ ਉਹਨਾਂ ਦੇ ਜਿਹੜੇ ਪਹਿਲਾਂ ਆਏ ਸੀ ਉਹਨਾਂ ਦੇ ਮੋਢਿਆਂ 'ਤੇ ਖੜ ਕੇ ਅਸੀਂ ਖੜੇ ਹਾਂ। ਅੱਜ ਜਿਹੜੀਆਂ ਉਹਨਾਂ ਨੇ ਤਕਲੀਫਾਂ ਝੱਲੀਆਂ ਅਸੀਂ ਮੰਨ ਨਹੀਂ ਸਕਦੇ। ਅਸੀਂ ਸੋਚਦੇ ਹਾਂ ਅੱਜ ਕੱਲ੍ਹ ਮੁਸ਼ਕਿਲਾਂ ਨੇ, ਪਰ ਉਹਨਾਂ ਵਰਗੀਆਂ ਮੁਸ਼ਕਿਲਾਂ ਨਹੀਂ ਗੀਆਂ। ਡਾਕਟਰ ਸਾਹਿਬ, ਉਦੋਂ ਵੋਟਿੰਗ ਰਾਈਟਸ ਨਹੀਂ ਸੀਗੇ, ਉਹ ਬਾਅਦ 'ਚ ਕਾਫੀ ਲੇਟ ਮਿਲੇ ਹੈਗੇ ਨੇ। ਉਦੋਂ ਫਿਰ ਜਿਹੜੇ ਆਪਣੇ ਹਿਊਮਨ ਰਾਈਟਸ ਸੀਗੇ, ਜਿਹੜੇ ਮਾਈਗਰੈਂਟ ਸੀਗੇ, ਉਹ ਪ੍ਰੋਟੈਕਟਡ ਸੀ ਜਾਂ ਉਹਨਾਂ ਵਾਸਤੇ ਸੰਘਰਸ਼ ਕਰਨਾ ਪੈਂਦਾ ਸੀ, ਜਾਂ
ਉਹ ਕੁਚਲ ਦਿੱਤੇ ਜਾਂਦੇ ਸੀ, ਉਹਦੇ ਬਾਰੇ ਕੀ ਕਹੋ? ਬਹੁਤ ਸੰਘਰਸ਼ ਹੋਇਆ ਜੀ, ਥੋੜਾ ਨਹੀਂ, ਕਿਉਂਕਿ ਪਹਿਲਾਂ ਤਾਂ ਵੋਟ ਸੀਗੀ ਸਾਡੇ ਕੋਲ, ਅਸੀਂ ਬ੍ਰਿਟਿਸ਼ ਸਬਜੈਕਟਸ ਦੇ ਨਾਤੇ ਆਏ ਸੀਗੇ, ਕਿਉਂਕਿ ਉਦੋਂ ਇੰਗਲੈਂਡ ਰਾਜ ਕਰ ਰਿਹਾ ਸੀ ਇੰਡੀਆ ਵਿੱਚ। ਸੋ ਰਾਈਟਸ ਸੀਗੀਆਂ, ਪਰ ਹੌਲੀ ਹੌਲੀ ਸਾਰੀਆਂ ਰਾਈਟਸ ਇਹਨਾਂ ਨੇ ਗੌਰਮੈਂਟ ਨੇ ਸਾਡੇ ਤੋਂ ਲੈ ਲਈਆਂ, ਵਾਪਸ ਲੈ ਲਈਆਂ। ਇਹ ਨਹੀਂ ਸੀਗਾ ਕਿ ਸਾਨੂੰ ਪਹਿਲਾਂ ਹੀ ਨਹੀਂ ਦਿੱਤੀਆਂ, ਪਹਿਲਾਂ ਦਿੱਤੀਆਂ ਹੋਈਆਂ ਸੀਗੀਆਂ। ਵੋਟਿੰਗ ਫॉर ਐਗਜ਼ਾਮਪਲ ਦਿੱਤੀ ਹੋਈ ਸੀ, ਇਮੀਗ੍ਰੇਸ਼ਨ ਫ੍ਰੀ ਸੀਗੀ, ਫਿਰ ਉਹਨੇ ਪਾਬੰਦੀਆਂ ਲਾਤੀਆਂ, ਇੱਦਾਂ ਨਹੀਂ ਆ ਸਕਦੇ, ਉਹ ਨਹੀਂ ਆ ਸਕਦਾ, ਬੱਚੇ ਨਹੀਂ ਆ ਸਕਦੇ, ਤੀਵੀਆਂ ਨਹੀਂ ਆ ਸਕਦੀਆਂ। ਇੱਦਾਂ ਚਾਹੁੰਦੇ ਸੀ ਕਿ ਇਕਨੋਮਿਕ ਲੇਬਰ ਆਂਦੀ ਰਵੇ, ਸਾਡੇ ਕੰਮ ਕਰਨ ਜੋਗੇ ਰਹਿ ਜਾਣ ਲੋਕ, ਪਰ ਇੱਥੇ ਰਹਿਣ ਨਾ, ਮੁੜ ਕੇ ਚਲ ਜਾਣ। ਐਂਡ ਐਕਚੁਅਲੀ ਅੱਧੇ ਲੋਕ ਵਾਪਸ ਚਲੇ ਗਏ। ਪਹਿਲਾਂ 5000 ਲੋਕੀ ਆਏ, ਉਹਨਾਂ ਚੋਂ ਮੇਬੀ 1500 ਰਹਿ ਗਏ, ਕਿੰਨੇ ਵਾਪਸ ਚਲੇ ਗਏ। ਕਹਿੰਦੇ ਇੱਥੇ ਰਹਿਣ ਦਾ ਕੋਈ ਫਾਇਦਾ ਨਹੀਂ, ਕਿਉਂਕਿ ਸਾਡੀ ਫੈਮਿਲੀ ਨਹੀਂ ਕਦੇ ਬਣਨੀ ਇੱਥੇ। ਤੇ ਤੁਹਾਨੂੰ ਪਤਾ ਹੈ ਪੰਜਾਬੀ ਸਿੱਖਾਂ ਵਿੱਚ ਤਾਂ ਖਾਸ ਕਰਕੇ ਫੈਮਿਲੀ ਇਜ਼ ਐਵਰੀਥਿੰਗ, ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਸਾਡੇ ਆਲੇ ਦੁਆਲੇ ਅਸੀਂ ਇਕੱਠੇ ਰਹੀਏ, ਇੱਕ ਦੂਜੇ ਦਾ ਇੰਜੋਏ ਕਰੀਏ। ਸੋ ਉਹ ਟਾਈਮ ਲੱਗਾ ਕਿ ਜਿਹੜੇ ਸੰਘਰਸ਼ ਕੀਤੇ ਉਹਨਾਂ ਨੇ, ਕਈ ਲੋਕੀ ਤਾਂ ਜਾ ਕੇ ਆਟਵਾ ਜਾ ਕੇ, ਇੰਗਲੈਂਡ ਜਾ ਕੇ ਵਕੀਲਾਂ ਦੇ ਨਾਤੇ ਲੀਗਲ ਤੌਰ ਤੇ ਉਹਨਾਂ ਨੇ ਬਹੁਤ ਸੰਘਰਸ਼ ਕੀਤੇ ਕਿ ਸਾਡੇ ਰਾਈਟਸ ਮਿਲ ਜਾਣ। ਪਰ 40 ਸਾਲ ਲੱਗੇ ਵੋਟਿੰਗ ਰਾਈਟ ਨੂੰ, ਸਾਨੂੰ 40 ਸਾਲ ਲੱਗੇ, ਫਿਰ ਸਿਟੀਜ਼ਨਸ਼ਿਪ ਲੈਣ ਲਈ ਸਾਨੂੰ 40 ਸਾਲ ਲੱਗੇ। ਤੇ ਇਹ ਤਾਂ ਇਹ ਨਹੀਂ ਸੀਗਾ ਕਿ ਇਹ ਬੈਠੇ ਉਡੀਕ ਰਹੇ ਸੀ ਉਹ ਦਿਨ ਲਈ, ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ, ਪਰ ਟਾਈਮ ਠੀਕ ਨਹੀਂ ਸੀ, ਉਹਨਾਂ ਦੇ ਨਾਲ ਨਹੀਂ ਸੀ ਉਹ ਟਾਈਮ। ਡਾਕਟਰ ਸਾਹਿਬ, ਇਹ ਜਿਹੜਾ ਸੰਘਰਸ਼ ਰਿਹਾ ਹੈਗਾ ਜੀ ਲੰਮਾ, ਇਹ ਵਾਜ਼ ਇਟ ਆਰਗੇਨਾਈਜ਼ ਸੋਰਟ ਆਫ ਥਿੰਗ ਜਾਂ ਡਿਸਆਰਗੇਨਾਈਜ਼ ਸੀਗਾ ਕਿ ਆਪਣੇ ਆਪਣੇ ਤੌਰ ਤੇ ਇਕੱਲੇ ਕੋਈ ਕੋਸ਼ਿਸ਼ਾਂ ਕਰ ਰਹੇ ਸੀ? ਬਹੁਤ ਅੱਛੀ ਤਰ੍ਹਾਂ ਆਰਗੇਨਾਈਜ਼ ਸੀਗਾ। ਪਹਿਲੀ ਸੁਸਾਇਟੀ ਕੈਨੇਡਾ ਦੇ ਵਿੱਚ ਖਾਲਸਾ ਦੀਵਾਨ ਸੁਸਾਇਟੀ ਹੈ, ਜਿਹੜੀ ਵੈਂਕੂਵਰ ਦੇ ਵਿੱਚ ਸੀਗੀ। 2nd ਐਵਨਿਊ ਗੁਰਦੁਆਰਾ ਬਣਾਇਆ ਉਹਨਾਂ ਨੇ 1908 ਵਿੱਚ। ਸੰਘਰਸ਼ ਉੱਥੋਂ ਸ਼ੁਰੂ ਹੋਇਆ ਗੁਰਦੁਆਰੇ ਦੇ ਵਿੱਚੋਂ। ਐਂਡ ਇਹ ਨਹੀਂ ਸੀਗਾ ਕਿ ਸਿੱਖਾਂ ਲਈ ਸੀ, ਸਾਰਿਆਂ ਲਈ ਸੀ, ਹਿੰਦੂਆਂ ਲਈ, ਮੁਸਲਮਾਨਾਂ ਲਈ, ਜੋ ਵੀ ਆਇਆ ਇੰਡੀਆ ਤੋਂ, ਉਹਨੇ ਸਾਰਿਆਂ ਲਈ ਸੰਘਰਸ਼ ਕਰਦੇ ਸੀਗੇ। ਸੋ ਆਰਗੇਨਾਈਜੇਸ਼ਨ ਉੱਥੋਂ ਸ਼ੁਰੂ ਹੋਈ। ਫਿਰ ਗੁਰਦੁਆਰੇ, ਐਬਸਫੋਰਡ ਗੁਰਦੁਆਰਾ ਬਣ ਗਿਆ, ਫਿਰ ਆਈਲੈਂਡ ਤੇ ਗੁਰਦੁਆਰੇ ਬਣ ਗਏ। ਇਹ ਸਾਰੇ ਕਨੈਕਟਡ ਸੀ ਇੱਕ ਦੂਏ ਦੇ ਨਾਲ। ਵਿਕਟੋਰੀਆ ਦਾ ਗੁਰਦੁਆਰਾ, ਪਾਲਦੀ ਦਾ ਗੁਰਦੁਆਰਾ, ਉਹ ਇੱਕ ਦੂਏ ਨਾਲ ਸਲਾਹ ਦੇ ਨਾਲ ਕੰਮ ਕਰਦੇ ਸੀਗੇ। ਜਦੋਂ ਉਹਨਾਂ ਨੇ ਪੈਸੇ ਇਕੱਠੇ ਕਰਨੇ, ਕੋਮਾਗਾਟਾ ਮਰੂ ਆਈ, ਸ਼ਿਪ ਆਈ, ਉਹਨਾਂ ਨੂੰ ਉਤਰ ਨਹੀਂ ਦਿੱਤਾ ਪੈਸੰਜਰਾਂ ਨੂੰ। ਉਦੋਂ ਲੋਕਾਂ ਨੇ ਪੈਸੇ ਇਕੱਠੇ ਕੀਤੇ ਕਿ ਅਸੀਂ ਵਕੀਲਾਂ ਨੂੰ ਪੈਸੇ ਦਈਏ ਤਾਂ ਕਿ ਲੀਗਲ ਚੈਲੰਜ ਕਰੀਏ ਆਪਾਂ। ਇਹ ਸਾਰਾ ਆਰਗੇਨਾਈਜ਼ ਸੀਗਾ। ਤੇ ਮੈਂ ਕਹਿਣਾ ਚਾਹੁੰਦੀ ਹਾਂ ਕਿ ਉਸ ਟਾਈਮ ਦੀ ਆਰਗੇਨਾਈਜ਼ ਜਿਹੜੀ ਸੀ ਕਮਿਊਨਿਟੀ ਥੋੜੀ ਸੀ ਨਾ, ਈਜ਼ੀਅਰ ਸੀਗਾ। ਹੁਣ ਥੋੜਾ ਆਪਾਂ ਵੱਧ ਗਏ, ਆਪਾਂ ਸਾਰੇ ਚੌਧਰ ਜਾਂਦੇ ਹਾਂ, ਅਸੀਂ ਸਾਰੇ ਵਿਖਰੇ ਹੋਏ ਹਾਂ। ਅਸੀਂ ਹਰ ਇੱਕ ਬੰਦਾ ਕਹਿੰਦਾ ਮੈਂ ਲੜਾਂ, ਮੈਂ ਲੜਾਂ। ਐਕਚੁਅਲੀ ਠੀਕ ਵੀ ਹੈ, 2 ਮਿਲੀਅਨ ਲੋਕ ਨੇ ਆਪਣੇ ਇੰਡੀਆ ਤੋਂ ਆਏ ਹੋਏ ਇੱਥੇ ਲੋਕ ਨੇ, ਠੀਕ ਹੈ, ਡਿਫਰੈਂਟ ਵੀ ਹੋਣੇ ਚਾਹੀਦੇ ਆ। ਪਰ ਉਦੋਂ ਤਾਂ ਬਹੁਤ ਕਮ ਲੋਕ ਸੀਗੇ ਤੇ ਲੀਡਰਸ਼ਿਪ ਇੱਕ ਸੀਗੀ, ਤੇ ਇੱਕ ਮੁੱਠ ਬਹੁਤ ਸੀ, ਇੱਕ ਮੁੱਠਤਾ ਬਹੁਤ ਸੀਗੀ ਇੱਕ ਦੂਏ ਨਾਲ। ਮੈਂ ਕਹਾਣੀਆਂ ਦੱਸਦੇ ਨੇ ਕਿ ਜੇ ਕੋਈ ਕੰਮ ਤੇ ਨਹੀਂ ਸੀ ਜਾਂਦਾ, ਹਰ ਇੱਕ ਬੰਦਾ ਇੱਕ ਪੈਨੀ, ਇੱਕ ਸੈਂਟ ਆਪਣੇ ਪੇਜੋਂ ਕੱਢ ਕੇ ਉਹਨੂੰ ਦੇ ਦਿੰਦੇ ਸੀ ਹਰ ਰੋਜ਼, ਤਾਂ ਕਿ ਉਹਦਾ $1 ਬਣ ਜਾਵੇ, ਤਾਂ ਕਿ ਉਹਨੂੰ ਉਹ ਦਿਹਾੜੀ ਨਾ ਭੰਨ ਹੋ ਜਾਵੇ। ਆਪਸ ਵਿੱਚ ਪਿਆਰ ਬੜਾ ਸੀ ਉਸ, ਬਹੁਤ ਪਿਆਰ ਮੁਹੱਬਤ। ਤੇ ਇਹ ਵੀ ਸੀਗਾ ਕਿ ਜਿਹੜਾ ਆਪਾਂ ਪਿੱਛੋਂ ਆਏ ਹਾਂ, ਜਿੱਧਰੋਂ ਆਏ ਹਾਂ, ਮਾਲ ਵਿੱਚੋਂ ਆਏ ਹਾਂ, ਦੁਆਬੇ ਚੋਂ ਆਏ ਹਾਂ, ਬਹੁਤ ਇੱਕ ਦੂਜੇ ਦੀ ਮਦਦ ਕਰਦੇ ਸੀ ਲੋਕ। ਜੇ ਤੁਹਾਡੇ ਕੋਲ ਰਹਿਣ ਨੂੰ ਥਾਂ ਸੀ, ਉਹ ਕਹਿੰਦੇ ਚੱਲ ਤੂੰ ਵੀ ਆ ਜਾ, ਕੋਈ ਨਾ ਆਪਾਂ ਸਹਾਰ ਲਵਾਂਗੇ। ਆਦਮੀ ਸੀ ਉਸ ਵੇਲੇ, ਤੀਵੀਆਂ ਤਾਂ 1920 ਤੋਂ ਬਾਅਦ ਆਉਣ ਲੱਗੀਆਂ। ਸੋ ਜਦੋਂ ਉਹ ਆਈਆਂ, ਉਹਨਾਂ ਨੇ ਘਰ-ਬਾਰ ਬੰਨਿਆ, ਫਿਰ ਬੱਚੇ ਹੋਏ। ਬਹੁਤ ਜ਼ਿਆਦਾ ਇੱਕ ਮੁੱਠਤਾ ਸੀਗੀ ਤੇ ਪਿਆਰ ਸਨੇਹ ਸੀਗਾ, ਪਿਆਰ ਸੀ ਉਸ ਵੇਲੇ। ਡਾਕਟਰ ਸਾਹਿਬ, ਥੋੜਾ ਜੇ ਆਪਾਂ ਸਪੈਸੀਫਿਕਲੀ ਦੇਖਣਾ ਹੋਵੇ ਤਾਂ ਕੁਛ would you like to mention some specific points ਕਿ ਇੱਦਾਂ ਸਰਵਿਸ ਸੈਕਟਰ ਦੇ ਵਿੱਚ ਕੀ ਹੁੰਦਾ ਸੀ, ਜਾਂ EMPLOYER ਕਿੱਦਾਂ ਬਿਹੇਵ ਕਰਦੇ ਸੀ ਉਹਨਾਂ ਦੇ? ਹਾਂਜੀ, ਬਹੁਤ ਕਹਾਣੀਆਂ। ਹੁਣ ਤਾਂ ਹਿਸਟਰੀ ਅਸੀਂ ਲਿਖ ਲਈ ਹੈ, ਸਾਨੂੰ ਪਤਾ ਹੈ ਕਿ ਇਹ ਫੈਕਟ ਹੈ। ਪਹਿਲਾਂ ਤਾਂ ਅਸੀਂ ਕਿਸੇ ਤੋਂ ਸੁਣਦੇ ਹੁੰਦੇ ਸੀਗੇ। ਸੋ ਜਿਹੜੇ EMPLOYER ਸੀ ਉਹ ਵੀ ਚਾਹੁੰਦੇ ਸੀ ਕਿ ਇਮਾਨਦਾਰ ਲੋਕ ਆਏ ਨੇ, ਇਹ ਕੰਮ ਕਰਨਾ ਚਾਹੁੰਦੇ ਨੇ, ਇਹਨਾਂ ਤੋਂ ਕੰਮ ਲਵੋ, ਪਰ ਇਹਨਾਂ ਨੂੰ ਉਹਨੇ ਪੈਸੇ ਨਾ ਦਿਓ ਜਿੰਨੇ ਕਿ ਅਸੀਂ ਦੂਜਿਆਂ ਨੂੰ ਦਿੰਦੇ ਹਾਂ। ਸੋ ਜੇ $1 ਮਿਲਦਾ ਸੀ ਦਿਹਾੜੀ ਦਾ, ਇਹਨਾਂ ਨੂੰ 75 ਸੈਂਟ ਮਿਲਦੇ ਸੀਗੇ। ਸੋ ਉਹ ਚਾਹੁੰਦੇ ਸੀ ਕਿ ਇਹ ਥੋੜਾ ਨੀਵੇਂ ਰਹਿਣ, ਤੇ ਇਹਨਾਂ ਦੀ ਵੈਲਿਊ ਨਹੀਂ ਸੀ। ਉਦੋਂ ਕੋਈ ਯੂਨੀਅਨ ਨਹੀਂ ਸੀਗੀ, ਕੋਈ ਲੜ ਨਹੀਂ ਰਿਹਾ ਸੀ ਇਸ ਗੱਲ ਬਾਰੇ। ਸੋ EMPLOYER ਚਾਹੁੰਦੇ ਸੀ ਕਿ 16 ਘੰਟੇ ਕੰਮ ਕਰ ਲਓ, ਪਰ ਜੇ ਕੋਈ ਲੇ ਆਫ ਕਰਨੀ ਹੈ, ਜੇ ਕੰਮ ਘਟ ਗਿਆ, ਪਹਿਲਾਂ ਆਪਣਿਆਂ ਨੂੰ ਲਾਣਾ ਉਹਨਾਂ ਨੇ, ਫਿਰ ਗੋਰਿਆਂ ਨੂੰ ਕਰਨਾ। ਸੋ ਬਹੁਤ ਡਿਸਕ੍ਰਿਮੀਨੇਸ਼ਨ ਫੇਸ ਕੀਤੀ ਉਹਨਾਂ ਨੇ। ਜਿਹੜੇ ਕੰਮ ਔਖੇ ਸੀਗੇ, ਪਹਿਲਾਂ ਆਪਣੇ ਨੂੰ ਲਾਣਾ ਉੱਥੇ। ਜੇ ਕਿਸੇ ਨੇ ਆਪਣਾ ਇੰਡੀਆ ਤੋਂ ਕੋਈ ਹੋਰ ਆ ਗਿਆ ਵੀ ਇਹਨੂੰ ਵੀ ਕੰਮ ਦਵਾ ਦੇ, ਉਹ ਦੂਜਾ ਜਿਹੜਾ ਬੰਦਾ ਕੰਮ ਕਰਦਾ ਸੀ ਪਹਿਲਾਂ ਜਿਹਨੂੰ
ਸ਼ਾਇਦ 5 ਸੈਂਟ ਜ਼ਿਆਦਾ ਮਿਲਦਾ ਸੀ, ਉਹਨੂੰ ਕਹਿ ਦੇਣਾ ਤੂੰ ਚੱਲ ਜਾ ਤੇ ਆ ਨਵੇਂ ਨੂੰ ਲੈ ਲੈਣਾ, ਉਹਨੂੰ 5 ਸੈਂਟ ਘੱਟ ਦੇ ਦੇਣੇ। ਸੋ ਕਾਫੀ ਔਖਿਆਈਆਂ ਇਹਨਾਂ ਨੇ ਫੇਸ ਕੀਤੀਆਂ। ਫਿਰ ਸੇਫਟੀ, ਉੱਥੇ ਕੰਮਾਂ ਤੇ ਕੋਈ ਸੇਫਟੀ ਨਹੀਂ ਸੀਗੀ। ਤੁਸੀਂ ਜਾ ਕੇ ਲੌਗਾਂ ਵਿੱਚ ਕੰਮ ਕਰਨਾ, ਰਿਵਰ ਦੇ ਵਿੱਚ ਕੰਮ ਕਰਨਾ, ਜਿੱਥੇ ਵੀ ਜਾਣਾ ਕੋਈ ਸੇਫਟੀ ਦੀ ਪ੍ਰੀਕਾਸ਼ਨ ਨਹੀਂ ਸੀਗਾ। ਐਂਡ ਲੋਕਾਂ ਨੂੰ ਪਤਾ ਨਹੀਂ ਸੀਗਾ ਅਸੀਂ ਕਿੱਥੇ ਜਾਈਏ ਆ ਗੱਲਾਂ ਕਰਨ ਲਈ, ਕਿਹਦੇ ਕੋਲ ਜਾਈਏ, ਕਿਉਂਕਿ ਪੁਲਿਸ ਤੁਹਾਡੇ ਨਾਲ ਨਹੀਂ ਸੀਗੀ, ਮੀਡੀਆ ਤੁਹਾਡੇ ਨਾਲ ਨਹੀਂ ਸੀ, ਗੌਰਮੈਂਟ ਤੁਹਾਡੇ ਨਾਲ ਨਹੀਂ ਸੀ, ਹੋਰ ਕਮਿਊਨਿਟੀਆਂ ਤੁਹਾਡੇ ਨਾਲ ਨਹੀਂ ਸੀ। ਇੱਕ ਮੈਂ ਕਾਫੀ ਹੈਰਾਨਗੀ ਹੁੰਦੀ ਹੈ ਕਿ ਉਸ ਵੇਲੇ ਚਾਈਨੀਜ਼ ਜਾਂ ਜਾਪਨੀਜ਼ ਜਾਂ ਪੰਜਾਬੀ ਜਿਹੜੇ ਆਏ ਸੀ, ਉਹ ਕਿਉਂ ਨਹੀਂ ਇਕੱਠੇ ਹੋਏ। ਉਹ ਸ਼ਾਇਦ ਜੇ ਇਕੱਠੇ ਹੋ ਜਾਂਦੇ ਤਾਂ ਸ਼ਾਇਦ ਸਾਨੂੰ ਲੱਗਦਾ ਕਿ ਜ਼ਿਆਦਾ ਨੰਬਰਸ ਹੈ, ਪਰ ਉਹ ਸਾਰੇ ਡਿਫਰੈਂਟ ਬੋਲੀਆਂ ਬੋਲਦੇ ਸੀਗੇ, ਉਹਨਾਂ ਦੇ ਕੰਮਕਾਰ ਹੋਰ ਸੀਗੇ, ਉਹ ਨਹੀਂ ਇਕੱਠੇ ਹੋਏ। ਉਹਨਾਂ ਨੇ ਲੜਾਈਆਂ ਜ਼ਰੂਰ ਕੀਤੀਆਂ, ਪਰ ਸਾਰਿਆਂ ਨੇ ਆਪਣੇ ਆਪਣੇ ਲੜਾਈਆਂ ਕੀਤੀਆਂ, ਇਕੱਠੇ ਨਹੀਂ ਹੋ ਸਕੇ ਉਸ ਵੇਲੇ। ਤੇ ਆਮ ਤੌਰ ਤੇ ਜਿਹੜੀ ਪਬਲਿਕ ਓਪੀਨੀਅਨ ਸੀ ਉਹ ਇਕੱਠੇ ਵੀ ਨਹੀਂ ਹੋਣ ਦਿੰਦੀ ਸੀ, ਉਹਨੂੰ ਸੈਪਰੇਟ ਰੱਖਦੀ ਸੀ। ਉਹ ਵੀ ਚਾਹੁੰਦੇ ਸੀ ਕਿ ਇਹ ਵੀਕ ਰਹਿਣ, ਕਮਜ਼ੋਰ ਰਹਿਣ, ਇਹ ਮੁੜ ਜਾਣ ਵਾਪਸ ਜਿੱਥੋਂ ਆਏ ਸੀਗੇ, ਇੱਥੇ ਨਾ ਰਹਿਣ। ਇਹ ਸੋਚਦੇ ਸੀਗੇ ਕਿ ਇਹ ਕੰਟਰੀ ਵਾਈਟ ਲੋਕਾਂ ਲਈ ਹੈ, ਗੋਰਿਆਂ ਲਈ ਹੈ, ਤੇ ਇਹ ਜਿਹੜੇ ਆਉਂਦੇ ਆ ਦੂਜੀਆਂ ਕੰਟਰੀਜ਼ ਤੋਂ ਕੰਮ ਕਰ ਲੈਣ ਪਰ ਇੱਥੇ ਪਰਮਾਨੈਂਟ ਨਾ ਰਹਿਣ। ਸੋ ਬਹੁਤ ਕੋਸ਼ਿਸ਼ਾਂ ਕੀਤੀਆਂ ਕਿ ਨਿਕਾਲਣ ਲਈ। ਇਹਨਾਂ ਦਾ ਮਾਈਂਡਸੈਟ ਫਿਰ ਕਦੋਂ ਇਹ ਪ੍ਰੈਸ਼ਰ ਹੀ ਇੰਨਾ ਬਿਲਡ ਹੋਇਆ ਜਾਂ ਇਹਨਾਂ ਦਾ ਆਪਣਾ ਮਾਈਂਡਸੈਟ ਚੇਂਜ ਹੋਇਆ ਕਿ ਥੋੜੇ ਰਾਈਟਸ ਮਿਲੇ ਤੇ ਇਹ ਸਾਰਾ ਕੁਝ ਦੋਨੋਂ ਉਸੇ ਚੀਜ਼ਾਂ ਹੱਦ ਤੱਕ ਠੀਕ ਹੋਇਆ? ਹਾਂਜੀ, ਤੁਸੀਂ ਗੁੱਡ ਕੁਐਸਚਨ ਪੁੱਛਿਆ। ਦੋਨੋਂ ਚੀਜ਼ਾਂ ਹੋਈਆਂ। ਇੱਕ ਤਾਂ ਨਾ ਵਰਲਡ ਵਾਰ 2 ਤੋਂ ਬਾਅਦ ਯੂਨਾਈਟਿਡ ਨੇਸ਼ਨਸ ਇਨਕੋਰਪੋਰੇਟ ਹੋ ਗਈ ਤੇ ਪ੍ਰੈਸ਼ਰ ਬਹੁਤ ਪਿਆ ਗੌਰਮੈਂਟਾਂ ਤੇ ਕਿ ਤੁਸੀਂ ਆਪਣੀ ਕੰਟਰੀਜ਼ ਨੂੰ ਠੀਕ ਕਰੋ। ਉਦੋਂ ਬ੍ਰਿਟਿਸ਼ ਇੰਡੀਆ ਛੱਡ ਕੇ ਗਏ ਨੇ 1947 ਵਿੱਚ। ਉਦੋਂ ਬੜਾ ਪ੍ਰੈਸ਼ਰ ਪਿਆ ਕਿ ਜਿਹੜੇ ਕੋਲੋਨਾਈਜ਼ਰਸ ਆਏ ਨੇ ਦੂਜੀਆਂ ਕੰਟਰੀਜ਼ ਵਿੱਚ, ਉਹਨਾਂ ਨੂੰ ਰਾਈਟਸ ਦੇਣ, ਉਹਨਾਂ ਨੂੰ ਹੱਕ ਦੇਣ ਜਿਹੜੇ ਉਹ ਚਾਹੁੰਦੇ ਆ, ਉਹਨਾਂ ਨੂੰ ਸੈਕੰਡ ਕਲਾਸ ਸਿਟੀਜ਼ਨ ਵਾਂਗੂ ਨਾ ਵਰਤਣ। ਸੋ ਪ੍ਰੈਸ਼ਰ, ਇੰਟਰਨੈਸ਼ਨਲ ਪ੍ਰੈਸ਼ਰ ਬਹੁਤ ਸੀ ਕੰਟਰੀਜ਼ ਦੇ ਉੱਤੇ। ਦੂਸਰਾ ਸੀਗਾ ਕਿ ਹੌਲੀ ਹੌਲੀ ਸੁਸਾਇਟੀ ਬਦਲਦੀ ਰਹੀ, ਪਬਲਿਕ ਓਪੀਨੀਅਨ ਬਦਲਦਾ ਰਿਹਾ। ਹੁਣ ਜਦੋਂ ਪਹਿਲਾਂ ਆਪਾਂ ਕਿੰਨੇ ਦੇਸ਼ਾਂ ਦੂਰ ਰਹਿੰਦੇ ਸੀ, ਇੱਕ ਦੂਜੇ ਦੀ ਕਹਾਣੀ ਵੀ ਨਹੀਂ ਸੀ ਪਤਾ। ਹੁਣ ਜਦੋਂ ਪ੍ਰਿੰਟ ਨਿਊਜ਼ਪੇਪਰ, ਟੈਲੀਵਿਜ਼ਨ ਆ ਗਿਆ, ਮੂਵੀਜ਼ ਬਣਨ ਲੱਗ ਪਏ, ਲੋਕਾਂ ਨੂੰ ਪਤਾ ਲੱਗ ਗਿਆ ਕਿ ਕਿੰਨੀਆਂ ਡਿਫਿਕਲਟੀਜ਼ ਹਨ ਦੂਸਰੀ ਕੰਟਰੀਜ਼ ਵਿੱਚ। ਸੋ ਇੱਕ ਦੂਜੇ ਨੂੰ ਮਦਦ ਕਰਨ ਲਈ ਮੁੱਦੇ ਇਕੱਠੇ ਹੋਏ। ਇੰਗਲੈਂਡ ਤੋਂ ਲੋਕਾਂ ਨੇ ਬਹੁਤ ਪ੍ਰੈਸ਼ਰ ਪਾਇਆ ਕੈਨੇਡਾ ਤੇ ਕਿ ਤੁਸੀਂ ਆਪਣੀ ਕੰਟਰੀ ਨੂੰ ਠੀਕ ਕਰੋ, ਕਿਉਂਕਿ ਇੰਗਲੈਂਡ ਨੂੰ ਬਹੁਤ ਪ੍ਰੈਸ਼ਰ ਸੀ ਕਿ ਆਪਣੇ ਉਹ ਠੀਕ ਹੋਣ, ਆਪਣੇ ਇੰਡੀਆ ਛੱਡਣ, ਅਫਰੀਕਾ ਛੱਡਣ। ਉਹਨਾਂ ਨੇ ਕੰਟਰੀ ਹੌਲੀ ਹੌਲੀ ਛੱਡਣ ਲੱਗ ਪਏ ਜਿੱਥੇ ਕੋਲੋਨਾਈਜ਼ ਕਰਕੇ ਗਏ ਸੀ। ਤੇ ਮਾਈਂਡਸੈਟ ਤਾਂ ਹਜੇ ਵੀ ਨਹੀਂ ਬਦਲਿਆ, ਮੈਂ ਕਹਿੰਦੀ ਹਾਂ ਬਦਲ ਵੀ ਗਿਆ, ਕਿਉਂਕਿ ਲੋਕੀ ਹਲੇ ਵੀ ਹੈਗੇ ਜਿਹੜੇ ਮਾੜਾ ਸੋਚਦੇ ਆ, ਜਿਨ੍ਹਾਂ ਦੇ ਵਿੱਚ ਬੜੀ ਰੇਸਿਜ਼ਮ ਹੈ, ਡਿਸਕ੍ਰਿਮੀਨੇਸ਼ਨ ਹੈਗੀ, ਹਲੇ ਵੀ ਹੈਗੇ। ਪਰ ਲਾਜ਼ ਬਣਨ ਲੱਗ ਪਏ, ਆਪਾਂ ਵੀ ਥੋੜ੍ਹੇ ਜਿਹੇ ਸੋਫਿਸਟੀਕੇਟਡ ਹੋ ਗਏ। ਜਿਹੜੇ ਬੱਚੇ ਸੀ ਉਹ ਪੜ੍ਹਨ ਲੱਗ ਪਏ, ਉਹਨਾਂ ਨੂੰ ਇਨਫੋਰਮੇਸ਼ਨ ਜ਼ਿਆਦਾ ਮਿਲਣ ਲੱਗ ਪਈ। ਸੋ ਇਹਦੇ ਕਰਕੇ ਵੀ ਮਾਹੌਲ ਬਦਲਦਾ ਰਿਹਾ। ਤੁਸੀਂ ਹੁਣ ਜੋ ਹੁਣ ਦਾ ਸਮਾਂ ਉਹ ਪਿਛਲੇ ਸਮੇਂ ਨਾਲੋਂ ਜਦੋਂ ਕੰਪੇਅਰ ਕਰਦੇ ਆ ਤਾਂ ਬਹੁਤ ਫਰਕ ਲੱਗਦਾ ਤੁਹਾਨੂੰ ਅਪਰੈਂਟਲੀ? ਹਾਂਜੀ, ਫਰਕ ਤਾਂ ਹੈਗਾ। ਇੱਕ ਆਪਣੇ ਨੰਬਰਸ ਬਹੁਤ ਨੇ। ਅਸੀਂ ਜਿਹੜੇ ਹੈਗੇ ਕੋਈ ਅਸੀਂ ਸ਼ਾਇ ਨਹੀਂ ਗੇ, ਅਸੀਂ ਹਰ ਇੱਕ ਥਾਂ ਜਾਂਦੇ ਹਾਂ, ਜਿੱਥੇ ਸਾਨੂੰ ਨਹੀਂ ਵੀ ਹੈ ਕੁਛ ਮਿਲਦਾ ਉੱਥੇ ਵੀ ਚੱਲ ਜਾਂਦੇ ਹਾਂ। ਤੇ ਅਸੀਂ ਹੁਣ ਪੋਲੀਟਿਕਸ ਵਿੱਚ ਇਨਵੋਲਵਡ ਹਾਂ, ਅਸੀਂ ਲਾਅ ਮੇਕਿੰਗ ਵਿੱਚ ਇਨਵੋਲਵਡ ਹਾਂ, ਜਸਟਿਸ ਸਿਸਟਮ ਵਿੱਚ ਇਨਵੋਲਵਡ ਹਾਂ। ਸੋ ਅਸੀਂ ਥੋੜ੍ਹੇ ਜਿਹੇ ਜਿੱਥੇ ਟੇਬਲ ਤੇ ਰੂਲਸ ਬਣਦੇ ਆ, ਲਾਜ਼ ਬਣਦੇ ਆ, ਉੱਥੇ ਵੀ ਬੈਠੇ ਹਾਂ। ਸੋ ਬਹੁਤ ਸਾਰੀ ਸਾਨੂੰ ਵੀ ਕੋਸ਼ਿਸ਼ ਕਰਨੀ ਪਈ ਹੈ। ਇਹ ਨੀਗਾ ਕਿ ਸਾਰੀ ਵਾਈਟ ਕਮਿਊਨਿਟੀ ਜਾਂ ਡੋਮੀਨੈਂਟ ਕਮਿਊਨਿਟੀ ਬਦਲੀ ਹੈ, ਅਸੀਂ ਵੀ ਬਹੁਤ ਬਦਲੇ ਹਾਂ। ਅਸੀਂ ਸੁਸਾਇਟੀ ਵਿੱਚ ਕੰਟਰੀਬਿਊਟ ਕਰਨ ਦਾ ਸੋਚਦੇ ਹਾਂ। ਅਸੀਂ ਆਮ ਤੌਰ ਤੇ ਅਸੀਂ ਇੱਕ ਦੂਏ ਦੀ ਮਦਦ ਕਰਦੇ ਹਾਂ, ਪਰ ਇਹ ਤੋਂ ਬਾਅਦ ਅਸੀਂ ਬਾਹਰਲੀ ਕਮਿਊਨਿਟੀ ਦੀ ਮਦਦ ਕਰੀਏ, ਫਿਰ ਸਾਡਾ ਨਾਂ ਜ਼ਿਆਦਾ ਰੋਸ਼ਨ ਹੁੰਦਾ ਹੈ, ਸਾਡੀ ਇਨਫੋਰਮੇਸ਼ਨ ਵੱਧਦੀ ਹੈ। ਹੁਣ ਸਾਡੇ 4 ਕੋਹਰਟਸ ਨੇ। ਇੱਕ ਤਾਂ ਪੁਰਾਣੇ ਲੋਕ ਜਿਹੜੇ ਆਏ ਸੀਗੇ 1903 ਤੋਂ ਲੈ ਕੇ ਬਾਅਦ, ਉਹ ਥੋੜੇ ਸੀਗੇ, ਉਹਨਾਂ ਦੇ ਬੱਚੇ 3rd and 4th and 5th ਜਨਰੇਸ਼ਨ ਆ ਗਈਆਂ। ਫਿਰ 1970s ਵਿੱਚ ਮਲਟੀਕਲਚਰਲਿਜ਼ਮ ਹੋਇਆ, ਇਮੀਗ੍ਰੇਸ਼ਨ ਬੜੀ ਵਧਾਤੀ ਕੈਨੇਡਾ ਨੇ, ਕਿਉਂਕਿ ਲੋਕੀ ਚਾਹੀਦੇ ਸੀਗੇ, ਬਹੁਤ ਜਨਤਾ ਆਈ, ਅਸੀਂ ਵੀ ਉਸ ਵੇਲੇ ਆਏ ਹਾਂ। ਹੁਣ ਸਾਡੇ ਜਿਹੜੇ ਬੱਚੇ ਆ ਉਹ ਕਦੇ ਇਸੇ ਕੰਟਰੀ ਵਿੱਚ ਜੰਮੇ ਪਲੇ ਆ, ਉਹਨਾਂ ਨੇ ਹੋਰ ਕੋਈ ਕੰਟਰੀ ਨਹੀਂ ਦੇਖੀ, ਇੱਥੇ ਹੀ ਪੜ੍ਹੇ ਆ, ਇੱਥੇ ਹੀ ਸਭ ਕੁਛ ਕੀਤਾ ਉਹਨਾਂ ਨੇ। ਫਿਰ ਚੌਥਾ ਕੋਹਰਟ ਹੈ ਜਿਹੜਾ ਹਲੇ ਵੀ ਇੰਡੀਆ ਤੋਂ ਆ ਰਿਹਾ, ਹਲੇ ਵੀ ਲੋਕੀ ਆ ਰਹੇ ਨੇ। ਸੋ ਇਹ ਸਾਰੇ ਜਿਹੜੇ 4 ਗਰੁੱਪਸ ਨੇ, ਇਹ ਸਾਰੇ ਆਪਣੇ ਸੁਸਾਇਟੀ ਨੂੰ ਡਿਫਰੈਂਟਲੀ ਵਿਊ ਕਰਦੇ ਆ। ਉਹਦੇ ਵਿੱਚ ਫਰਕ ਦੇ ਪੈਰ ਚੱਕਦੇ ਨੇ, ਕੰਮ ਕਰਦੇ ਨੇ ਜਾਂ ਸਮਝਦੇ ਨੇ ਜੋ ਸੁਸਾਇਟੀ ਹੈ। ਸਭ ਤੋਂ ਵੱਡੀ ਤਬਦੀਲੀ ਮੈਂ ਕਹਿੰਦੀ ਹਾਂ ਜਿਹੜੀ ਮੇਨਟੇਨ ਕਰ ਸਕੇ ਹਾਂ ਅਸੀਂ, ਕਿ ਅਸੀਂ ਆਪਣੇ ਪਹਿਰਾਵਾ, ਆਪਣੀ ਬੋਲੀ, ਆਪਣੇ ਕਲਚਰ, ਆਪਣਾ ਰਿਲੀਜਨ, ਇਹਨੂੰ ਮੇਨਟੇਨ ਕਰ ਸਕੇ ਹਾਂ। 100% ਨਹੀਂ, ਬਿਲਕੁਲ ਨਹੀਂ, ਕਿਉਂਕਿ ਅਸੀਂ ਕੈਨੇਡਾ ਵਿੱਚ ਰਹਿੰਦੇ ਹਾਂ, ਪਰ ਜਿੰਨਾ ਤੱਕ ਸਾਡੇ ਤੋਂ ਹੋ ਸਕਦਾ ਅਸੀਂ ਮੇਨਟੇਨ ਕਰ ਸਕੇ ਹਾਂ ਤੇ ਇਨਹਾਂਸ ਕਰ ਸਕੇ ਹਾਂ। ਪਰ ਜਿਹੜੀ ਵੱਡੀ ਚੇਂਜ ਆਈ ਹੈ,
ਹੁਣ ਪਹਿਲਾਂ ਲੋਕੀ ਇੰਡੀਆ ਜਾ ਕੇ ਵਿਆਹ ਕਰਦੇ ਸੀ, ਇੱਥੇ ਕੋਈ ਨਹੀਂ ਸੀ ਕਰਦਾ ਇੱਕ ਦੂਜੇ ਨਾਲ, ਕੋਈ ਥੋੜ੍ਹੀ ਜਨਤਾ ਸੀਗੀ, ਇੱਕ ਦੂਜੇ ਨੂੰ ਸਾਰੇ ਜਾਣਦੇ ਸੀ। ਹੁਣ ਅਸੀਂ ਦੂਜੀ ਕਮਿਊਨਿਟੀਜ਼ ਵਿੱਚ ਵਿਆਹ ਕਰ ਲੈਂਦੇ ਹਾਂ, ਬਿਲਕੁਲ ਸਿੱਖ ਨਾਲ ਨਹੀਂ ਕਰਦੇ ਜਾਂ ਹਿੰਦੂ ਨਾਲ ਨਹੀਂ ਕਰਦੇ। ਇਹ ਵੀ ਆਇਆ ਹੈ, ਚੇਂਜ ਆਈ ਹੈ। ਪਹਿਲਾਂ ਮੰਨਣ ਨੂੰ ਕੋਈ ਤਿਆਰ ਨਹੀਂ ਸੀ ਇਸ ਗੱਲ ਨੂੰ, ਹੁਣ ਅਸੀਂ ਉਹ ਵੀ ਮੰਨਣ ਨੂੰ ਤਿਆਰ ਹਾਂ। ਡਾਕਟਰ ਸਾਹਿਬ, ਸਟਲ ਲੈਵਲ ਤੇ ਜਦੋਂ ਅਸੀਂ ਦੇਖਦੇ ਹਾਂ ਲੇਅਰਸ ਦੇ ਵਿੱਚ ਹਲੇ ਵੀ ਉਹ ਡਿਸਕ੍ਰਿਮੀਨੇਸ਼ਨ ਪਈ ਹੈਗੀ ਹੈ, ਤੇ ਉਹ ਕਿਵੇਂ ਐਕਸਰਸਾਈਜ਼ ਹੁੰਦੀ ਹੈਗੀ? ਹਾਂਜੀ, ਡਿਸਕ੍ਰਿਮੀਨੇਸ਼ਨ ਤਾਂ ਹਲੇ ਵੀ ਪ੍ਰੈਜ਼ੈਂਟ ਹੈ। ਫੋਰ ਐਗਜ਼ਾਮਪਲ, ਤੁਸੀਂ ਜੇ ਨਵੇਂ ਆਏ ਹੋ, ਤੁਹਾਨੂੰ ਜੌਬ ਲੱਭਣੀ ਬੜੀ ਮੁਸ਼ਕਿਲ ਹੈ। ਤੁਹਾਡੀ ਕ੍ਰੀਡੈਂਸ਼ੀਅਲਸ ਦੇ ਮੁਤਾਬਕ ਤੁਹਾਨੂੰ ਜੌਬ ਨਹੀਂ ਮਿਲਦੀ। PhD ਕਰਕੇ ਆਏ ਹੋ, ਇੰਜੀਨੀਅਰਿੰਗ ਕਰਕੇ ਆਏ ਹੋ, ਟੀਚਰ ਬਣ ਕੇ ਆਏ ਹੋ, ਨਰਸ ਹੋ, ਕੁਛ ਵੀ ਹੈ, ਜਿਹੜੀ ਵੀ ਟ੍ਰੇਨਿੰਗ ਤੁਸੀਂ ਲਈ ਹੈ, ਉਹ ਇੱਥੇ ਆ ਕੇ ਇੱਕਦਮ ਟ੍ਰਾਂਸਫਰ ਨਹੀਂ ਹੁੰਦੀ। ਉਹ ਚਾਹੁੰਦੇ ਕਿ ਤੁਸੀਂ ਟੈਸਟਿੰਗ ਕਰੋ, ਤੁਸੀਂ ਹੋਰ ਪੜ੍ਹਾਈ ਕਰੋ, ਤਾਂ ਥਾਂ ਹੌਲੀ ਬਦਲਦਾ ਹੈ, ਸਿਸਟਮ ਬਦਲਦਾ ਹੈ। ਵੈਟਨਰੀਅਨਸ ਨੇ ਇੱਥੇ ਬਹੁਤ ਲੜਾਈ ਕੀਤੀ 8-9 ਸਾਲ ਕਿ ਸਾਨੂੰ ਜੀ ਐਕਸੈਪਟ ਕਰੋ ਸਾਡੀ ਕ੍ਰੀਡੈਂਸ਼ੀਅਲਸ। ਸੋ ਲੋਕੀ ਜਿਹੜੇ ਇੰਡੀਆ ਤੋਂ ਆਉਂਦੇ ਉਹਨਾਂ ਨੂੰ ਔਖਿਆਈ ਤਾਂ ਆਉਂਦੀ ਹੈ, ਤੇ ਦੈਟਸ ਅ ਫਾਰਮ ਆਫ ਡਿਸਕ੍ਰਿਮੀਨੇਸ਼ਨ, ਕਿਉਂਕਿ ਜਿਹੜੇ ਗੇਟਕੀਪਰ ਹੈ ਉਹ ਤੁਹਾਨੂੰ ਅੰਦਰ ਨਹੀਂ ਵੜਨ ਦਿੰਦੇ। ਉਹ ਕਹਿੰਦੇ ਨਹੀਂ, ਇੱਥੇ ਤੱਕ ਹੀ ਆ ਸਕਦੇ ਹੋ ਤੁਸੀਂ। ਸੋ ਜੌਬ ਵਿੱਚ ਬਹੁਤ ਡਿਫਿਕਲਟੀ ਆਉਂਦੀ ਹੈ। ਦੂਜੇ ਤੁਸੀਂ ਜਿੱਥੇ ਰਹਿੰਦੇ ਹੋ, ਜਿਹੜਾ ਮਾਹੌਲ ਹੈ ਤੁਹਾਡਾ, ਉੱਥੇ ਕਈ ਵਾਰੀ ਤੁਹਾਡੇ ਉੱਤੇ ਲੋਕੀ ਬੁਰੀ ਨਜ਼ਰ ਨਾਲ ਦੇਖਦੇ ਆ, ਤੁਹਾਨੂੰ ਟਰੀਟ ਨਹੀਂ ਕਰਦੇ ਅੱਛੀ ਤਰ੍ਹਾਂ। ਆਮ ਤੌਰ ਤੇ ਤੁਸੀਂ ਬਾਜ਼ਾਰ ਜਾਓਗੇ ਜਾਂ ਬੈਂਕ ਜਾਓਗੇ, ਕੋਈ ਤੁਹਾਨੂੰ ਮਾੜਾ ਨਹੀਂ ਕਹੇਗਾ ਆਮ ਤੌਰ ਤੇ। ਪਰ ਤੁਸੀਂ ਦੇਖ ਲਓ ਕਿ ਜੇ ਮਾੜੀ ਜੀ ਕੋਈ ਗੱਲ ਹੋ ਜਾਵੇ, ਫਟਾਫਟ ਉਹੀ ਗੱਲ ਮੁੜ ਕੇ ਆ ਜਾਂਦੀ ਵੀ ਤੁਹਾਨੂੰ ਕੁਛ ਨਹੀਂ ਪਤਾ, ਤੁਸੀਂ ਤਾਂ ਦੂਜੀਆਂ ਕੰਟਰੀਜ਼ 'ਚੋਂ ਆਏ ਹੋ, ਇਹ ਤਾਂ ਸਾਡਾ ਦੇਸ਼ ਹੈ। ਕਿਹਦਾ ਦੇਸ਼ ਹੈ? ਕੌਣ ਕਹਿ ਸਕਦਾ ਕਿਹਦਾ ਦੇਸ਼ ਹੈ? ਇਹਨਾਂ ਨੇ ਵੀ ਇੰਡੀਜਨਸ ਪੀਪਲ ਤੋਂ ਦੇਸ਼ ਖੋਇਆ। ਸੋ ਜਿਹਨੇ ਇਹ ਸਾਡੀ ਕਮਜ਼ੋਰੀ ਹੈ ਕਿ ਅਸੀਂ ਇਮੀਗ੍ਰੈਂਟ ਜਿਹੜਾ ਆਉਂਦੇ ਹਾਂ ਦੂਜੀ ਕੰਟਰੀ ਤੋਂ, ਅਸੀਂ ਆਪਣੀ ਹਿਸਟਰੀ ਨਹੀਂ ਸਮਝ ਸਕੇ, ਨਾ ਆਪਣੀ ਨਾ ਕੈਨੇਡਾ ਦੀ। ਸੋ ਇਹ ਸਾਡੇ ਵਿੱਚ ਹਲੇ ਘਾਟ ਹੈ ਕਿ ਅਸੀਂ ਕੈਨੇਡਾ ਦੀ ਹਿਸਟਰੀ ਸਮਝੀਏ। ਜਦੋਂ ਪਹਿਲਾਂ ਲੋਕ ਆਏ ਸੀ, ਉਹਨਾਂ ਨੂੰ ਕਿਹੜੀਆਂ ਡਿਫਿਕਲਟੀਜ਼ ਆਈਆਂ, ਕਿੱਦਾਂ ਕॉलोनिस्ट ਆਏ, ਉਹਨਾਂ ਨੇ ਕਿੱਦਾਂ ਇਹ ਕੰਟਰੀ ਲਈ ਇੰਡੀਜਨਸ ਪੀਪਲ ਤੋਂ, ਉਹ ਵੀ ਨਹੀਂ ਸਮਝ ਸਕੇ ਹਲੇ ਅਸੀਂ। ਡਾਕਟਰ ਸਾਹਿਬ, ਜਦੋਂ ਤੁਸੀਂ ਆਏ ਸੀਗੇ, ਤੁਸੀਂ ਯੰਗ ਸੀਗੇ, ਤੁਸੀਂ ਐਜੂਕੇਸ਼ਨ ਇੱਥੋਂ ਲਈ ਹੋਣੀ ਆ ਕੇ, ਤੇ ਫਿਰ ਜੌਬ ਕੀਤੀ, ਤੁਸੀਂ ਵੀ ਫੇਸ ਕੀਤਾ ਇਹ ਸਾਰਾ ਕੁਝ, ਆਪਣੇ ਹੰਢਾਇਆ ਹੈ? ਹਾਂਜੀ, ਬਿਲਕੁਲ। ਜਦੋਂ ਪਹਿਲਾਂ ਆਇਆ ਤਾਂ ਜੌਬਸ ਸਟੋਰਾਂ ਵਿੱਚ ਬਹੁਤ ਮੁਸ਼ਕਿਲ ਮਿਲਦੀਆਂ ਸੀ। ਯੰਗ ਵੂਮਨ ਕਿੱਥੇ ਕੰਮ ਮਿਲਣਾ ਹੈ, ਬੈਂਕ ਤਾਂ ਬਿਲਕੁਲ ਸਮਝ ਲਓ ਮਿਲਦੀਆਂ ਨਹੀਂ ਸੀ ਜੌਬਸ ਉਸ ਵੇਲੇ। ਤੁਹਾਡਾ ਰੰਗ ਹੀ ਦੇਖ ਕੇ, ਤੁਹਾਡਾ ਨਾਮ ਹੀ ਦੇਖ ਕੇ ਉਹਨਾਂ ਨੇ ਰੈਜ਼ੂਮੇ ਪਰਾਂ ਕਰ ਦੇਣਾ। ਸੋ ਹੌਲੀ ਤੁਸੀਂ ਕੈਨੇਡੀਅਨ ਸਿਸਟਮ ਵਿੱਚ ਪੈਰ ਤਾਂ ਵਾਰਦੇ ਹੋ, ਪਰ ਉਹ ਟਾਈਮ ਲੱਗਦਾ। ਆਮ ਤੌਰ ਤੇ ਲੋਕ ਤੁਹਾਡੇ ਤੋਂ ਉਸ ਵੇਲੇ ਸਰਵਿਸ ਨਹੀਂ ਲੈਣਾ ਚਾਹੁੰਦੇ ਸੀ। ਜੇ ਤੁਸੀਂ ਉੱਥੇ ਖੜੇ ਹੋ, ਉਹਨਾਂ ਨੇ ਕਿਸੇ ਹੋਰ ਕੋਲ ਚੱਲ ਜਾਣਾ ਸਰਵਿਸ ਲੈਣ ਲਈ। ਸੋ ਮੈਂ ਵੀ ਫੇਸ ਕੀਤੀਆਂ। ਕਾਲਜ ਜਾ ਕੇ ਤੁਹਾਨੂੰ ਗ੍ਰੇਡਸ ਨਹੀਂ ਚੰਗੀਆਂ ਮਿਲਦੀਆਂ ਸੀ। ਜੇ ਮੈਂ ਗਈ ਹਾਂ, ਜਦੋਂ ਇੰਡੀਆ ਤੋਂ ਆਈ ਹਾਂ, ਮੈਂ ਨਵੇਂ ਕਾਲਜ ਗਈ ਹਾਂ, ਤੇ ਮੈਨੂੰ ਲੱਗਣਾ ਕਿ ਮੈਂ ਅੱਛਾ ਕੀਤਾ ਕੰਮ, ਪਰ ਮੈਨੂੰ ਗ੍ਰੇਡ ਨਾ ਮਿਲਣੀ। ਸੋ ਕਿੱਦਾਂ ਪ੍ਰੂਵ ਕਰੇ ਬੰਦੇ ਨੂੰ ਕਿ ਤੁਹਾਡੀ ਗ੍ਰੇਡ ਮਿਲਣੀ ਚਾਹੀਦੀ ਹੈ ਜਿੱਦਾਂ ਤੁਸੀਂ ਸਮਝਦੇ ਹੋ। ਸੋ ਹਾਊਸਿੰਗ, ਤੁਸੀਂ ਅਪਾਰਟਮੈਂਟ ਰੈਂਟ ਕਰਨਾ ਚਾਹੁੰਦੇ ਹੋ, ਉਦੋਂ ਤਾਂ ਨਾ ਲੋਕੀ ਬੇਸਮੈਂਟਾਂ ਜਾਣ ਲੱਗ ਪਏ, ਬਿਕਾਜ਼ ਜਿਹੜੀ ਗੋਰਿਆਂ ਦੀ ਅਪਾਰਟਮੈਂਟ ਸੀ ਉਹ ਤੁਹਾਨੂੰ ਰੈਂਟ ਨਹੀਂ ਸੀ ਕਰਦੇ। ਕਹਿੰਦੇ ਤੁਹਾਡੇ ਖਾਣੇ 'ਚੋਂ ਬਦਬੂ ਆਉਂਦੀ ਹੈ, ਤੁਹਾਨੂੰ ਰਹਿਣਾ ਨਹੀਂ ਆਉਂਦਾ, ਤੁਸੀਂ ਸਾਂਭਦੇ ਨਹੀਂ ਚੀਜ਼ਾਂ, ਘਰ ਨਹੀਂ ਕੋਈ ਰੈਂਟ ਕਰਦਾ ਸੀ ਤੁਹਾਨੂੰ। ਤੇ ਆਮ ਤੌਰ ਤੇ ਜਦੋਂ ਪਹਿਲਾਂ ਲੋਕੀ ਆਏ ਨੇ, ਜਦੋਂ ਬਜ਼ੁਰਗ ਆਏ ਨੇ ਸਾਡੇ, ਉਹ ਆਦਮੀ ਸੀਗੇ, ਆਦਮੀਆਂ ਨੂੰ ਰੈਂਟ ਨਹੀਂ ਸੀ ਕਰਦੇ। ਉਹ ਕਰਨ ਵੀ ਕੀ, ਉਹ ਆਏ ਉਹ ਆਦਮੀ ਸੀਗੇ। ਸੋ ਚੱਲਦਾ ਰਹਿੰਦਾ ਸੀਗਾ। ਜੌਬਸ ਵਿੱਚ ਬਹੁਤ ਜ਼ਿਆਦਾ ਤਕਲੀਫਾਂ ਆਈਆਂ। ਕਾਫੀ ਲੋਕ PhD ਕਰਕੇ ਆਉਂਦੇ ਸੀ, ਤੇ ਉਹ ਹਸਪੀਟਲ ਵਿੱਚ ਕੰਮ ਮਿਲਦਾ ਸੀ ਉਹਨਾਂ ਨੂੰ, ਜਾਂ ਡਿਸ਼ਵਾਸ਼ਰ ਦਾ ਕੰਮ ਮਿਲਣਾ। ਉਹਨਾਂ ਦੀ ਕ੍ਰੀਡੈਂਸ਼ੀਅਲ ਕਦੇ ਇਵੈਲੂਏਟ ਨਹੀਂ ਸੀ ਹੁੰਦੀ ਅੱਛੀ ਤਰ੍ਹਾਂ। ਅੱਛਾ ਡਾਕਟਰ ਸਾਹਿਬ, ਤੁਸੀਂ ਐਜ਼ ਏ ਰਿਸਰਚਰ ਇਹ ਸਮਝਦੇ ਹੋ ਕਿ ਜਿਹੜਾ ਜਦੋਂ ਹੁਣ ਅਸੀਂ ਆਏ ਹਾਂ ਇੱਥੇ, ਅਸਿਮੀਲੇਟ ਹੋ ਰਹੇ ਹਾਂ ਇਸ ਕਮਿਊਨਿਟੀਜ਼ ਦੇ ਵਿੱਚ, ਤਾਂ ਸਾਡੀ ਜਿਹੜੀ ਕਲਚਰਲ ਮੇਨਟੇਨੈਂਸ ਉਹ ਹੋ ਪਾ ਰਹੀ ਹੈ? ਆਇਡੈਂਟੀਟੀ ਕ੍ਰਾਈਸਿਸ ਤਾਂ ਨਹੀਂ ਹੋ ਗਿਆ ਕਿਤੇ, ਕਿ ਸਾਡੀਆਂ 4th 5th ਜਨਰੇਸ਼ਨ ਤੋਂ ਬਾਅਦ ਸਾਡਾ ਪਤਾ ਹੀ ਨਹੀਂ ਚੱਲੇਗਾ ਕਿ ਅਸੀਂ ਸਿੱਖ ਹੈਗੇ ਵੀ ਜਾਂ ਨਹੀਂ? ਤਾਂ ਅਸਿਮੀਲੇਸ਼ਨ ਇੱਕ ਆਪਣੇ ਆਪ 'ਚ ਇਹ ਬਹੁਤ ਵੱਡੀ ਚੈਲੰਜ ਹੈ ਸਾਡੇ ਲਈ। ਆਈ ਹੋਪ ਅਸਿਮੀਲੇਸ਼ਨ ਵੱਲ ਨਹੀਂ ਜਾ ਰਹੇ ਆਪਾਂ, ਆਈ ਹੋਪ ਕਿ ਇੰਟੀਗ੍ਰੇਸ਼ਨ ਵੱਲ ਜਾ ਰਹੇ ਆਪਾਂ, ਤਾਂ ਕਿ ਅਸੀਂ ਅਸਿਮੀਲੇਸ਼ਨ ਦਾ ਇਹ ਹੈ ਕਿ ਉਹਨਾਂ ਵਰਗੇ ਬਣ ਜਾਓ। ਇੰਟੀਗ੍ਰੇਸ਼ਨ ਦਾ ਹੈਗਾ ਵੀ ਉਹਨਾਂ ਦੇ ਵੀ ਥੋੜ੍ਹੇ ਜਿਹੇ ਅੱਛੇ ਗੁਣ ਜਿਹੜੇ ਨੇ ਉਹ ਤੁਸੀਂ ਅਡੋਪਟ ਕਰੋ, ਆਪਣੇ ਅੱਛੇ ਗੁਣ ਰੱਖੋ, ਬੁਰੇ ਗੁਣ ਛੱਡੋ, ਤਾਂ ਕਿ ਤੁਸੀਂ ਸੋਸਾਇਟੀ ਵਿੱਚ ਫੰਕਸ਼ਨ ਕਰ ਸਕੋ। ਆਏ ਤਾਂ ਤੁਸੀਂ ਇੱਥੇ ਹੈਗੇ, ਹੁਣ ਇਹ ਨਿਗਾ ਕਿ ਅਸੀਂ ਜੀ ਬਬਲ ਵਿੱਚ ਰਹੀਏ, ਕਿ ਅਸੀਂ ਇਹਦਾ ਕੋਈ ਇਨਫਲੂਐਂਸ ਹੀ ਨਾ ਹੋਵੇ ਸਾਡੇ ਉੱਤੇ। ਬੱਚੇ ਸਕੂਲ ਜਾਂਦੇ ਆ, ਅਸੀਂ ਕੰਮਾਂ ਤੇ ਜਾਂਦੇ ਹਾਂ, ਸੋ ਸੋਸਾਇਟੀ ਦਾ ਇਨਫਲੂਐਂਸ ਤਾਂ ਹੋਏਗਾ, ਬਦਲੇਗਾ ਤਾਂ ਸਹੀ। ਸੋ 3rd and 4th and 5th ਜਨਰੇਸ਼ਨ 'ਤੇ ਬਹੁਤ ਵੱਡਾ ਅਸਰ ਪੈਣ ਲੱਗਾ ਤੇ ਪਵੇਗਾ। ਲੱਗਦਾ ਹੈ ਕਿ ਸਾਡੀ ਮੇਨਟੇਨੈਂਸ ਹੈਗੀ ਹਾਲੇ ਤੱਕ, ਪਰ ਜਦੋਂ ਤੱਕ ਮੈਨੂੰ ਲੱਗਦਾ ਜਦੋਂ ਤੱਕ ਇਮੀਗ੍ਰੇਸ਼ਨ ਚੱਲਦੀ ਰਹੇਗੀ ਨਾ, ਜਦੋਂ ਤੱਕ ਲੋਕੀ ਆਈ ਜਾਣਗੇ,
ਉਦੋਂ ਤੱਕ ਅਸੀਂ ਠੀਕ ਹਾਂ। ਜਦੋਂ ਸਾਡੀ ਇਮੀਗ੍ਰੇਸ਼ਨ ਬੰਦ ਹੋ ਗਈ ਤਾਂ ਹੌਲੀ ਹੌਲੀ 100 ਸਾਲ 50 ਸਾਲ ਜਿੱਦਾਂ ਹੋਰ ਕਮਿਊਨਿਟੀਜ਼ ਨੇ ਜਿਨ੍ਹਾਂ ਨੇ ਆਪਣੀ ਲੈਂਗੁਏਜ ਗਵਾ ਛੱਡੀ, ਜਿਨ੍ਹਾਂ ਨੇ ਆਪਣੇ ਰੰਗ ਰੂਪ ਜਿਹੜਾ ਕੱਪੜੇ ਪਾਉਂਦੇ ਉਹ ਗਵਾ ਛੱਡੇ, ਸ਼ਾਇਦ ਉਹ ਵੀ ਸਾਡੇ ਵੱਲ ਆ ਸਕੇ। ਪਰ ਦੂਸਰੀ ਗੱਲ ਹੈਗੀ ਕਿ ਜਿਹੜਾ ਇੰਟਰਨੈਟ ਹੈ, ਪਬਲਿਕ ਇਨਫੋਰਮੇਸ਼ਨ ਜਿਹੜੀ ਅੱਜ ਕੱਲ੍ਹ ਮਿਲ ਰਹੀ ਹੈ, ਸਭ ਕੁਝ ਸਾਨੂੰ ਐਂ ਮਿਲ ਰਿਹਾ। ਸੋ ਅਸੀਂ ਪਿੱਛੇ ਨੂੰ ਦੇਖਦੇ ਹਾਂ ਇੰਡੀਆ ਵੱਲ, ਪੌਪ ਕਲਚਰ, ਮਿਊਜ਼ਿਕ, ਫਿਲਮ, ਸੋਸਾਇਟੀ, ਜੋ ਅਸੀਂ ਉੱਥੋਂ ਵੀ ਸਿੱਖ ਸਕਦੇ ਹਾਂ। ਸੋ ਉਹ ਸਾਨੂੰ ਇਨਫੋਰਮ ਕਰਦਾ ਹੈ। ਅਸੀਂ ਸਭ ਕੁਝ ਗਵਾਉਣਾ ਨਹੀਂ ਚਾਹੁੰਦੇ। ਹੁਣ ਦੇਖ ਲਓ ਵਿਆਹਾਂ 'ਤੇ ਬੋਲੀਆਂ ਵਗੈਰਾ ਪੈਂਦੀਆਂ, ਕਈ ਮਾਂ ਬਾਪ ਕਹਿੰਦੇ ਸਾਨੂੰ ਬੋਲੀਆਂ ਹੀ ਨਹੀਂ ਆਉਂਦੀਆਂ। ਸੋ ਇੰਡੀਆ ਤੋਂ ਲੋਕ ਆ ਰਹੇ ਨੇ, ਕਹਿੰਦੇ ਅਸੀਂ ਬੋਲੀਆਂ ਪਾਵਾਂਗੇ, ਕੋਈ ਨਾ ਇਕੱਠੇ ਹੋਵੋ ਤੁਸੀਂ। ਪਰ ਇਹ ਵੀ ਬਦਲ ਸਕਦਾ। ਸੋ ਬਦਲਾਅ ਤਾਂ ਆਵੇਗਾ, ਡਰਨਾ ਨਹੀਂ ਚਾਹੀਦਾ ਇਸ ਬਦਲਾਅ ਤੋਂ। ਪਰ ਇਹ ਹੈਗਾ ਕਿ ਜਿਹੜੀਆਂ ਆਰਗੇਨਾਈਜੇਸ਼ਨਸ ਨੇ ਜਾਂ ਤੁਹਾਡੇ ਵਰਗੇ ਟੈਲੀਵਿਜ਼ਨ ਸਿਸਟਮਸ ਨੇ, ਪਲੈਟਫਾਰਮਸ ਨੇ, ਇਹਨਾਂ ਚੀਜ਼ਾਂ ਨੂੰ ਮੇਨਟੇਨ ਕਰ ਸਕਣ ਤਾਂ ਕਿ ਅਸੀਂ ਥੋੜ੍ਹਾ ਬਹੁਤਾ ਤਾਂ ਉਹਨੂੰ ਰੱਖ ਸਕੀਏ। ਪਰ ਹਰ ਇੱਕ ਚੀਜ਼ ਨਹੀਂ ਰਹਿਣੀ, ਚੀਜ਼ਾਂ ਬਦਲਣੀਆਂ। ਡਾਕਟਰ ਸਾਹਿਬ, ਕਾਫੀ ਲੋਕੀ ਇਹ ਗੱਲਾਂ ਕਰਦੇ ਨੇ ਕਿ ਅਸੀਂ ਚੰਗੀਆਂ ਚੀਜ਼ਾਂ ਦੇ ਨਾਲ ਕੁਝ ਮਾੜੀਆਂ ਚੀਜ਼ਾਂ ਵੀ ਲੈ ਕੇ ਆਏ ਹਾਂ, ਜਿਹਦੇ ਚੋਂ ਇੱਕ ਆਸਪੈਕਟ ਹੈਗਾ ਕਿ ਇੱਕ ਗੈਂਗ ਕਲਚਰ ਸਾਡੇ ਵਿਰਸੇ ਚੋਂ ਪੈਦਾ ਕਹਿ ਲਓ ਹੋ ਰਿਹਾ ਕਿ ਸਾਨੂੰ ਇੱਕ RCMP ਆਫੀਸਰ ਨੇ ਹੁਣੇ ਰੀਸੈਂਟਲੀ ਦੱਸਿਆ ਕਿ ਆਪਣੇ ਪੰਜਾਬੀਆਂ ਦੇ ਵਿੱਚੋਂ ਸਾਡੀ ਗਿਣਤੀ ਇੰਨੀ ਨਹੀਂ ਹੈਗੀ, ਪਰ 40% ਤੋਂ ਜ਼ਿਆਦਾ ਲੋਕੀ ਇਨਵੋਲਵ ਹੈਗੇ ਇੱਥੇ ਜਿਹੜੇ ਗੈਂਗਸ ਨੇ ਉਹਨਾਂ ਦੇ ਵਿੱਚ। ਤੇ ਇਹਦਾ ਕੀ ਕਾਰਨ ਮੰਨਦੇ ਹੋ ਡਾਕਟਰ ਸਾਹਿਬ? ਆਈ ਡੋਂਟ ਨੋ ਕਾਰਨ। ਮੈਂ ਹਰੇ ਨੂੰ ਇੰਨੀ ਬਰੀਕੀ ਵਿੱਚ ਪੜ੍ਹਿਆ ਨਹੀਂ ਗਾ ਕਿ ਕਿਉਂ ਗੈਂਗਸ ਵਿੱਚ ਇਨਵੋਲਵਡ ਹੁੰਦੇ ਆ ਬੱਚੇ, ਕੀ ਹੋ ਰਿਹਾ, ਕਿਉਂ ਇੱਦਾਂ ਹੋ ਰਿਹਾ। ਮੈਨੂੰ ਨਹੀਂ ਪਤਾ ਕਿ 40% ਇਨਵੋਲਵ ਨੇ ਤਾਂ ਕਾਫੀ ਵੈਰੀ ਹਾਈ ਨੰਬਰ ਹੈ, ਬਹੁਤ ਨੰਬਰ ਹਾਈ ਹੈ। ਇੰਨਾ ਨਹੀਂ, ਆਈ ਹੋਪ ਕਿ ਇੰਨਾ ਨਾ ਹੋਵੇ। ਅਤੇ ਅਸੀਂ ਸਮਝ ਨਹੀਂ ਸਕੇ ਕਿਉਂਕਿ ਜਦੋਂ ਤੁਸੀਂ ਕ੍ਰਾਈਮ ਨੂੰ ਪੜ੍ਹਦੇ ਹੋ ਤੁਸੀਂ ਦੇਖਦੇ ਹੋ ਕਿ ਆਮ ਤੌਰ ਜਿਹੜੇ ਲੋਕੀ ਕ੍ਰਾਈਮ ਵਿੱਚ ਇਨਵੋਲਵਡ ਹੁੰਦੇ ਨੇ ਉਹ ਗਰੀਬ ਨੇ, ਜਾਂ ਉਹਨਾਂ ਦੇ ਘਰ ਵਿੱਚ ਕੋਈ ਔਖਿਆਈ ਹੈ, ਜਾਂ ਉਹਨਾਂ ਨੂੰ ਕੋਈ ਦਿਮਾਗੀ ਰੋਗ ਹੈ, ਜਾਂ ਉਹਨਾਂ ਨੂੰ ਕੋਈ ਬਿਮਾਰੀ, ਐਡਿਕਸ਼ਨ ਹੈ, ਕੁਛ ਹੈ, ਉਹਨਾਂ ਨੂੰ ਕੋਈ ਚੀਜ਼ ਹੈ ਜਿਹੜੀ ਖਿੱਚ ਕੇ ਲੈ ਕੇ ਜਾਂਦੀ ਹੈ। ਪੰਜਾਬੀਆਂ ਨੂੰ ਪੜ੍ਹਨ ਲੱਗੇ ਅਸੀਂ ਤਾਂ ਕਹਿੰਦੇ ਅੱਛੇ ਘਰਾਂ 'ਚੋਂ ਆਉਂਦੇ ਨੇ, ਕੋਈ ਘਰਾਂ ਵਿੱਚ ਇੰਨੀ ਕੋਈ ਤਕਲੀਫ ਵੀ ਨਹੀਂ ਗੀ, ਹੋਊਗੀ ਥੋੜ੍ਹੀ ਬਹੁਤੀ ਹੋਏਗੀ, ਬਟ ਇੰਨੀ ਵੀ ਨਹੀਂ ਕਿ ਰੋਜ਼ ਮਾਰ ਕੁਟਾਈ ਹੋ ਰਹੀ ਹੈ ਜਾਂ ਕੁਛ ਹੋ ਰਿਹਾ। ਕੋਈ ਇੱਥੇ ਮੈਨੂੰ ਲੱਗਦਾ ਥੋੜ੍ਹਾ ਜਿਹਾ ਜੋ ਆ ਰਹੇ ਨੇ ਲੋਕ ਜਾਂ ਇੱਥੇ ਜੰਮੇ ਪਲੇ ਨੇ, ਇੱਕ ਦੂਜੇ ਤੋਂ ਛੇਤੀ ਵੱਧਣਾ ਚਾਹੁੰਦੇ ਨੇ, ਆਪਣੇ ਹੱਕ ਦੀ ਕਮਾਈ ਨਾਲ ਨਹੀਂ ਵੱਧਣਾ ਚਾਹੁੰਦੇ, ਜਿਹੜੀ ਕਿ ਲੋਕਾਂ ਨੇ ਆਪਣੇ ਹੱਥਾਂ ਨਾਲ ਕਮਾਇਆ, ਔਖੇ ਹੋ ਕੇ ਕਮਾਇਆ। ਹਰ ਇੱਕ ਚਾਹੁੰਦਾ ਮੈਂ ਅੱਜ ਹੀ ਅਮੀਰ ਹੋ ਜਾਵਾਂ, ਅੱਜ ਹੀ ਮੈਨੂੰ ਜ਼ਿਆਦਾ ਪੈਸੇ ਬਣ ਜਾਣ। ਆਮ ਤੌਰ 'ਤੇ ਮੈਂ ਕਹਿੰਦੀ ਹਾਂ, ਆਮ ਤੌਰ 'ਤੇ ਬਹੁਤ ਲੋਕ ਸਾਰੇ ਇੱਦਾਂ ਹੀ ਕਰਦੇ, ਕੰਮ ਨਹੀਂ ਕਰਦੇ ਆ, ਤੈਹਾਂ ਲਾਉਂਦੇ ਆਪਣੇ ਕੰਮ ਦੀ ਅਤੇ ਕਰੀ ਜਾਂਦੇ ਆ। ਪਰ ਇਹ ਵੀ ਸੁਸਾਇਟੀ ਵਿੱਚ ਹੈਗਾ ਕਿ ਸਾਨੂੰ ਫਟਾਫਟ ਪੈਸੇ ਬਣ ਜਾਣ, ਕਿੱਧਰੋਂ ਮਰਜ਼ੀ ਬਣ ਜਾਣ। ਤੁਸੀਂ ਡਾਕਟਰ ਸਾਹਿਬ ਸਾਊਥ ਏਸ਼ੀਅਨ ਕਲਚਰ ਦੀ ਰਿਲੇਟਿਵ ਸਟੱਡੀ ਵੀ ਕਰਦੇ ਹੋ, ਅਤੇ ਇਹ ਸਾਡੀ ਕਮਿਊਨਿਟੀ 'ਚ ਹੈ ਜਾਂ ਹੋਰ ਸਾਊਥ ਏਸ਼ੀਅਨ 'ਚ ਵੀ ਹੈ ਕਿ ਪੈਸੇ ਪ੍ਰਤੀ ਲਸਟ ਜਿਹੜੀ ਹੈਗੀ ਹੈ ਉਹ ਸਾਡੇ 'ਚ ਜ਼ਿਆਦਾ ਹੈ ਜਾਂ ਬਾਕੀਆਂ 'ਚ ਵੀ ਇੱਦਾਂ ਹੀ ਹੈ? ਨਹੀਂ, ਆਈ ਡੋਂਟ ਥਿੰਕ ਜ਼ਿਆਦਾ ਹੈ। ਹਰ ਇੱਕ ਕਮਿਊਨਿਟੀ ਵਿੱਚ ਹੁੰਦੀ ਹੈ ਕਿ ਡਿਸਪ੍ਰੋਪੋਰਸ਼ਨ ਨੰਬਰ ਹੁੰਦਾ ਹੈ, ਥੋੜ੍ਹੇ ਜਿਹੇ ਲੋਕ ਹੁੰਦੇ ਜਿਹੜੇ ਸੋਚਦੇ ਕਿ ਫਟਾਫਟ ਸਾਨੂੰ ਪੈਸੇ ਬਣ ਜਾਣ, ਅਸੀਂ ਆਏ ਹਾਂ ਕੈਨੇਡਾ ਵਿੱਚ। ਸਾਡੀ ਕਮਿਊਨਿਟੀ ਇਕੱਲੀ ਨਹੀਂ ਗਈ ਇਸ ਸੋਚ ਵਿੱਚ, ਹੋਰਾਂ ਕਮਿਊਨਿਟੀ ਨੇ ਇਹਨਾਂ ਰਾਹਾਂ ਵਿੱਚੋਂ ਲੰਘੇ ਨੇ ਅਤੇ ਐਂਡ ਵਿੱਚ ਠੀਕ ਹੀ ਹੋ ਜਾਂਦਾ, ਸਭ ਕੁਝ ਠੀਕ ਹੋ ਜਾਂਦਾ। ਸੋ ਮੈਂ ਸਮਝ ਨਹੀਂ ਸਕੀ ਕਿ ਅਸੀਂ ਆਉਂਦੇ ਵੀ ਰੱਜੇ ਹੋਏ ਹਾਂ ਅਤੇ ਰੱਜ ਵੀ ਨਹੀਂ ਆਉਂਦਾ ਕਿ ਕਿਸ ਟਾਈਮ 'ਤੇ ਸਾਨੂੰ ਨੀਤ ਭਰਦੀ ਹੈ ਸਾਡੀ ਕਿ ਹੁਣ ਅਸੀਂ ਠੀਕ ਹਾਂ। ਕਿਉਂਕਿ ਇੱਦਾਂ ਦੀ ਸੁਸਾਇਟੀ ਵਿੱਚ ਹੱਦ ਨਹੀਂ ਕੋਈ, ਜਿੰਨੇ ਪੈਸੇ ਤੁਸੀਂ ਕਰੀ ਜਾਓ ਇਕੱਠੇ ਉਹ ਤੋਂ ਵੱਧ ਲਈ ਜਾਓ, ਅਖੀਰ 'ਤੇ ਦੋ ਰੋਟੀਆਂ ਹੀ ਖਾ ਹੁੰਦੀਆਂ ਬੰਦੇ ਤੋਂ। ਪਰ ਰੱਜ ਨਹੀਂ ਗਾ ਜਿਹਦੇ ਵਿੱਚ ਉਹ ਹਰ ਇੱਕ ਕਮਿਊਨਿਟੀ ਵਿੱਚ ਹੈ। ਇਹ ਸਾਡੀ ਕਮਿਊਨਿਟੀ ਇਕੱਲੀ ਨਹੀਂ ਗੀ। ਪ੍ਰੋਬਲਮ ਇਹ ਹੈ ਕਿ ਸਾਡਾ ਰੰਗ ਡਿਫਰੈਂਟ ਹੈ। ਜੇ ਅਸੀਂ ਗੋਰੇ ਹੁੰਦੇ ਤਾਂ ਉਹ ਕਹਿ ਨਾ ਸਕਦੇ ਕਿ 40% ਉਹ ਗੋਰਿਆਂ ਦੀ ਕਮਿਊਨਿਟੀ ਵਿੱਚੋਂ ਆਹ ਹੈ, ਕਿਉਂਕਿ ਉਹ ਗੋਰੇ ਨੇ, ਉਹ ਡੋਮੀਨੈਂਟ ਸੁਸਾਇਟੀ, ਉਹਨਾਂ ਨੇ ਆਪਣੇ ਆਪ ਨੂੰ ਇੱਕ ਲੇਬਲ ਬਣਾ ਚੁੱਕਾ, ਵਾਈਟ ਲੇਬਲ ਬਣਾ ਚੁੱਕਾ, ਜਿਹਦੇ ਵਿੱਚ ਸੁਸਾਇਟੀ ਦੇ ਸਮਾਲ ਗਰੁੱਪਸ ਨਹੀਂ ਬਣੇ ਹੋਏ। ਸਾਡੇ ਹੁਣ ਸਾਊਥ ਏਸ਼ੀਅਨਸ ਵਿੱਚ ਪੰਜਾਬੀ ਆ, ਹਿੰਦੂ ਆ, ਮੁਸਲਿਮ ਆ, ਉਹ ਸਾਰਿਆਂ ਨੂੰ ਇੱਕ ਸਾਊਥ ਏਸ਼ੀਅਨ ਵਿੱਚ ਲੰਪ ਕਰਤਾ। ਅਤੇ ਬਰਾਊਨ ਨੇਚਰ ਸਾਡਾ ਜਿਹੜਾ ਕਲਰ ਹੈ ਨਾ, ਜਿਹੜਾ ਰੇਸ ਹੈ ਜਿਹੜੀ ਉਹ ਕਹਿੰਦੇ ਆ, ਉਸ ਦੇ ਮੁਤਾਬਕ ਸਾਨੂੰ ਜੱਜ ਕਰਦੇ ਆ। ਐ ਨਹੀਂ ਜੱਜ ਕਰਦੇ ਕਿ ਇਹ ਆਦਮੀ ਹੈ ਜਾਂ ਤੀਵੀਂ ਹੈ ਜਾਂ ਬੱਚਾ ਹੈ, ਜਸਟ ਇਨ ਸੁਸਾਇਟੀ। ਕਿਉਂਕਿ ਜਿਹੜਾ ਬੱਚਾ ਗੈਂਗ ਵਿੱਚ ਇਨਵੋਲਵਡ ਹੈ BC ਦੇ ਵਿੱਚ, ਇੱਥੇ ਸਾਡੇ ਲੋਕਲ ਕਮਿਊਨਿਟੀ ਵਿੱਚ, ਉਹ ਇਕੱਲਾ ਇੰਡੀਅਨ ਘਰ ਵਿੱਚ ਨਹੀਂ ਜੀ ਰਿਹਾ, ਉਹ ਸੁਸਾਇਟੀ ਵਿੱਚ ਜੀ ਰਿਹਾ। ਇਸ ਸੁਸਾਇਟੀ ਦਾ ਪ੍ਰਭਾਵ ਪਿਆ ਉਸ 'ਤੇ। ਇਹ ਨਹੀਂ ਗਾ ਕਿ ਅਸੀਂ ਸਾਰੀ ਸੁਸਾਇਟੀਆਂ ਉਹਦੇ ਲਈ। ਅਸੀਂ ਐਕਚੁਅਲੀ ਮੈਂ ਸੋਚਦੀ ਹਾਂ ਸਾਡੀ ਸੁਸਾਇਟੀ ਬਹੁਤ ਅੱਛੀ ਹੈ ਕਿ ਅਸੀਂ ਕਾਫੀ ਚੀਜ਼ਾਂ ਪ੍ਰੀਵੈਂਟ ਕਰਦੇ ਹਾਂ ਤਾਂ ਕਿ ਇਹ ਚੀਜ਼ਾਂ ਨਾ ਹੋਣ। ਮਾਂ ਬਾਪ ਬਹੁਤ ਨਿਗਰਾਨੀ ਰੱਖਦੇ ਆ ਬੱਚਿਆਂ 'ਤੇ,
ਅੱਛੇ ਸਕੂਲਾਂ ਵਿੱਚ ਪਾਉਂਦੇ ਆ, ਉਹਨਾਂ ਨੂੰ ਪੜ੍ਹਾਈ ਦਿੰਦੇ, ਖਾਣਾ ਬਣਾਉਂਦੇ ਆ, ਮਾਂ-ਬਾਪ ਤੰਗ ਹੋ ਕੇ ਉਹਨਾਂ ਨੂੰ ਠੀਕ ਕਰ, ਇਹ ਵੀ ਮੈਂ ਨਹੀਂ ਕਹਿੰਦੀ ਆਲ ਦ ਟਾਈਮ ਇਹ ਚੰਗਾ ਹੈ, ਪਰ ਇਹ ਪ੍ਰੀਵੈਂਸ਼ਨ ਚੀਜ਼ਾਂ ਨੇ ਤਾਂ ਕਿ ਬੱਚਾ ਖਰਾਬ ਨਾ ਹੋਵੇ, ਪਰ ਹਲੇ ਵੀ ਖਰਾਬ ਹੋ ਰਹੇ ਨੇ। ਸੋ ਇਹ ਪੜ੍ਹਨਾ ਪੈਣਾ ਕਿ ਗੱਲ ਕੀ ਹੈ। ਡਾਕਟਰ ਸਾਹਿਬ ਇਨਫੈਕਟ ਨਾ ਦਿੱਕਤ ਇਹ ਹੈ ਕਿ ਸਾਊਥ ਏਸ਼ੀਅਨ ਦੀ ਐਜ਼ ਏ ਹੋਲ ਤੁਸੀਂ ਗੱਲ ਕੀਤੀ, ਪਰ ਜਿਹੜੇ ਗੈਂਗਸਟਰਸ ਪਾਰਟਿਕੂਲਰਲੀ ਹੋ ਰਹੇ ਨੇ ਉਹ ਅਨਫੋਰਚੂਨੇਟਲੀ ਸਾਡੀ ਕਮਿਊਨਿਟੀ 'ਚੋਂ ਜ਼ਿਆਦਾ, ਪੰਜਾਬੀਆਂ 'ਚੋਂ ਜ਼ਿਆਦਾ ਹੋ ਰਹੇ ਨੇ। ਉਹਦੇ ਪਿੱਛੇ ਤੁਸੀਂ ਕੋਈ ਕਾਰਨ ਵਜ੍ਹਾ ਮੰਨਦੇ ਹੋ ਕੁਛ? ਐਕਚੁਅਲੀ ਤਾਂ ਮੈਂ ਜਿੱਦ ਤੱਕ ਪੜ੍ਹਿਆ ਹੈ ਕਿ ਇਹ ਰਿਲੇਟਿਡ ਨੇ ਬੱਚੇ ਇੱਕ ਦੂਜੇ ਦੇ, ਜਾਂ ਗਰੁੱਪਸ ਐਂਡ ਗੈਂਗਸ ਕਿਸੇ ਤਰੀਕੇ ਨਾਲ ਬਣਿਆ, ਸਕੂਲਾਂ ਵਿੱਚੋਂ ਨਿਕਲੇ ਹੈ ਜਾਂ ਆਪਣੇ ਮੁਹੱਲੇ 'ਚੋਂ ਨਿਕਲੇ ਹੈ ਜਾਂ ਆਪਣੇ ਕਲੈਨਸ ਵਿੱਚੋਂ ਨਿਕਲੇ ਆ, ਜਿੱਦਾਂ ਹੁਣ ਸੰਧੂ ਨੇ ਜਾਂ ਬੈਂਸ ਨੇ ਜਾਂ ਗਿੱਲ ਨੇ ਜਾਂ ਬਰਾੜ ਨੇ, ਇਹਦੇ ਵਿੱਚੋਂ ਨਿਕਲੇ ਆ, ਇੱਕ ਦੂਜੇ ਨਾਲ ਲੜਨ 'ਚ ਨਿਕਲੇ ਆ ਕਿ ਮੈਂ ਤੇਰੇ ਤੋਂ ਵੱਧ ਹੋ ਜਾਣਾ, ਮੈਂ ਆਪਣੇ ਗਰੁੱਪ ਬਣਾ ਲੈਣਾ, ਮੈਂ ਆਹ ਕਰਨਾ। ਬੜਾ ਬ੍ਰਵਾਡੋ ਹੈ ਕਿ ਅਸੀਂ ਜੀ ਸਾਡੇ ਪਿੱਛੇ ਲੱਗੇ ਹੋਏ ਆ ਬੰਦੇ। ਆਹ ਸਾਡੀ ਪੌਪ ਕਲਚਰ ਦਿਖਾਉਂਦੀ ਆ ਕਿ ਮੋਹਰੇ ਕੋਈ ਗਨ ਦੇ ਨਾਲ ਤੁਰ ਰਿਹਾ ਤੇ ਉਹਦੇ ਪਿੱਛੇ 50 ਹੋਰ ਮੁੰਡੇ ਤੁਰ ਰਹੇ ਨੇ। ਉਹੀ ਹਰ ਇੱਕ ਚਾਹੁੰਦਾ ਕਿ ਮੇਰਾ ਮੇਰੀ ਕੁਛ ਬਣ ਜਾਵੇ, ਮੇਰਾ ਕੁਛ ਬਣ ਜਾਵੇ, ਪਰ ਇਹ ਨਹੀਂ ਪਤਾ ਵੀ ਉਸ ਮੈਂ ਦੇ ਵਿੱਚ ਉਹ ਮਰ ਵੀ ਰਹੇ ਨੇ, ਉਹ ਮੈਂ ਤੁਹਾਨੂੰ ਖਰਾਬ ਕਰ ਰਹੀ ਹੈ। ਸੋ ਮੁਹੱਲੇ ਦਾ ਹੈਗਾ ਥੋੜ੍ਹਾ ਜਿਹਾ, ਮੈਂ ਸੁਣਿਆ ਜਿੱਥੇ ਤੱਕ ਪੁਲਿਸ ਦੱਸਦੀ ਹੈ ਇੱਕ ਦੂਏ ਨਾਲ ਲੜਦੇ ਆ, ਕਲੈਨਸ ਬਣ ਜਾਂਦੇ ਆ, ਜਾਂ ਕੋਈ ਫੈਮਿਲੀ ਦੀ ਕੋਈ ਸਟੋਰੀ ਹੋਊਗੀ ਜਾਂ ਕੁਛ, ਮੈਨੂੰ ਤਾਂ ਪਤਾ ਨਹੀਂ ਕਿੱਥੋਂ ਸ਼ੁਰੂ ਹੁੰਦੀਆਂ ਇਹ ਗੱਲਾਂ, ਕਿ ਪੁਰਾਣੀਆਂ ਗੱਲਾਂ ਨੇ, ਕਿਉਂਕਿ ਇੰਡੀਆ ਤੋਂ ਆ ਨਹੀਂ ਸਕਦੀਆਂ। ਇੰਡੀਆ ਵਿੱਚ ਇਹ ਹੁੰਦਾ ਕਈ ਵਾਰੀ ਪਿੰਡਾਂ ਵਿੱਚ ਇੱਕ ਦੂਏ ਨਾਲ ਖੁੰਦਕ ਹੋ ਜਾਂਦੀ ਹੈ ਤੇ ਉਹ ਸੈਪਰੇਟ ਹੋ ਜਾਂਦੇ ਆ, ਪਰ ਇੱਥੇ ਆ ਕੇ ਇਹ ਵੀ ਹੋ ਰਿਹਾ। ਸੋ ਪਤਾ ਨਹੀਂ ਕਿ ਤੁਸੀਂ ਕਹਿ ਰਹੇ ਹੋ ਕਿ ਕਲਚਰ ਮੇਨਟੇਨ ਹੋਏਗਾ, ਠੀਕ ਹੈ ਮੇਨਟੇਨ ਵੀ ਚਾਹੀਦਾ, ਪਰ ਇਹ ਚੀਜ਼ਾਂ ਵੀ ਆ ਰਹੀਆਂ ਕਲਚਰ ਦੇ ਨਾਲ ਕਿ ਅਸੀਂ ਜੀ ਇਹਨਾਂ ਤੋਂ ਚੰਗੇ ਆ, ਉਹ ਸਾਡੇ ਤੋਂ ਮਾੜੇ ਆ। ਆਪਣੇ ਦੇਖ ਲਓ ਕੈਸਟ ਕਿੰਨੀ ਆ ਰਹੀ ਹੈ ਸਾਡੀ ਕਲਚਰ ਵਿੱਚ, ਅਸੀਂ ਛੱਡਣਾ ਚਾਹੀਦਾ ਸਾਨੂੰ। ਆਹ ਚੀਜ਼ਾਂ ਸਿੱਖੀ ਕਹਿੰਦੀ ਹੈ ਕੋਈ ਜਾਤ ਪਾਤ ਨਹੀਂ ਹੈ, ਪਰ ਉਹਨੂੰ ਵੀ ਅਸੀਂ ਜਗਾ ਕੇ ਰੱਖਦੇ ਹਾਂ। ਵਿਆਹ ਸ਼ਾਦੀ ਕੋਈ ਕਰਨਾ ਚਾਹਵੇ ਅਗੇਂਸਟ ਕੈਸਟ ਲਾਈਨ, ਕਿੰਨਾ ਸਾਰੇ ਦੁਖੀ ਹੁੰਦੇ ਆ, ਲੜਦੇ ਇੱਕ ਦੂਜੇ ਨਾਲ, ਗੁੱਸੇ ਹੁੰਦੇ ਆ। ਮੁੰਡੇ ਸਕੂਲਾਂ ਵਿੱਚ ਕਹਿੰਦੇ ਤੂੰ ਜੱਟ ਹੈ, ਤੂੰ ਆ, ਮੈਂ ਕੰਬੋ ਆ, ਤੂੰ ਅਰੋੜਾ, ਆਹ ਗੱਲਾਂ ਹੋ ਰਹੀਆਂ। ਉਹਨੂੰ ਬੇਸ਼ੱਕ ਪਤਾ ਨਹੀਂ ਇਸ ਦਾ ਕੀ ਮਤਲਬ ਹੈ, ਪਰ ਆਹ ਗੱਲਾਂ ਹੋ ਰਹੀਆਂ। ਡਾਕਟਰ ਸਾਹਿਬ ਐਜ਼ ਏ ਥਿੰਕਰ ਫਿਰ ਤੁਸੀਂ ਇਹਦਾ ਹੱਲ ਕੀ ਸੋਚਦੇ ਹੋ? ਤੁਹਾਡੀ ਨਜ਼ਰ 'ਚ ਕੀ ਹੱਲ ਹੋਣਾ ਚਾਹੀਦਾ ਇਹਨਾਂ? ਵੈਲ ਸੁਸਾਇਟੀ ਨੂੰ ਔਖੇ ਰਾਹਾਂ 'ਚੋਂ ਲੰਘ ਕੇ ਜਿਹੜੀ ਇੰਟਰੋਸਪੈਕਸ਼ਨ ਹੈ ਨਾ, ਜਿਹੜੀ ਇੱਕ ਦੂਜੇ ਸਮਝਣਾ ਕਿ ਸਾਡੇ ਨਾਲ ਕੀ ਹੋ ਰਿਹਾ, ਇਹ ਘਾਟ ਹੈ ਸਾਡੇ ਵਿੱਚ। ਅਸੀਂ ਹਰ ਇੱਕ ਦੇ ਉੱਤੇ ਤੁਹਮਤ ਲਾਉਣ ਨੂੰ ਤਿਆਰ ਹਾਂ, ਪਰ ਆਪਣੇ ਵਿੱਚ ਨਹੀਂ ਦੇਖਣ ਨੂੰ ਤਿਆਰ। ਹਰ ਇੱਕ ਨੂੰ ਐਂ ਕਰਕੇ ਕਰਨ ਨੂੰ ਤਿਆਰ ਹਾਂ, ਪਰ ਅਸੀਂ ਆਪਣਾ ਨਹੀਂ ਸੋਚਦੇ ਵੀ ਸਾਡਾ ਕੀ ਮਾਹੌਲ ਹੈ ਸਾਡੇ ਘਰ ਵਿੱਚ, ਸਾਡੇ ਸੁਸਾਇਟੀ ਵਿੱਚ। ਹੁਣ ਜਿਹੜਾ ਅੱਜ ਕੱਲ੍ਹ ਹੋ ਰਿਹਾ ਤੀਵੀਆਂ ਨਾਲ, ਤੁਸੀਂ ਸੁਣਿਆ ਹੋਣਾ 2-3 ਦਿਨ ਹੋ ਗਏ, ਕਿੰਨਾ ਉਬਾਲਾ ਆ ਰਿਹਾ ਸਾਡੇ ਵਿੱਚ ਕਿ ਬਦਲੋ ਜੀ, ਹਰ ਇੱਕ ਬਦਲੋ, ਆਦਮੀ ਬਦਲੋ, ਤੀਵੀਆਂ ਬਦਲੋ, ਫੈਮਲੀਆਂ ਬਦਲੋ। ਕੀ ਹੋ ਰਿਹਾ? ਜਦੋਂ ਕੁਛ ਹੁੰਦਾ ਬੋਲੋ, ਕਹੋ। ਇਹ ਤਾਂ ਆਪਾਂ ਨੂੰ ਔਖਿਆਈ ਵਿੱਚ ਜਾ ਕੇ ਤੱਤੀ ਤਵੀ ਤੇ ਬਹਿ ਕੇ ਫਿਰ ਸਮਝਣਾ ਪੈਣਾ ਕਿੰਨਾ ਟੌਰਚਰ ਹੋ ਰਿਹਾ ਸਾਡੀ ਕਮਿਊਨਿਟੀ ਨਾਲ, ਤਾਂ ਅਸੀਂ ਲੰਘਾਂਗੇ ਇਹਨਾਂ ਰਾਹਾਂ 'ਚੋਂ। ਰਾਹ ਲੰਘਣਾ ਪੈਣਾ ਸਾਨੂੰ, ਔਖਿਆਈਆਂ ਦੇਖਣੀਆਂ ਪੈਣੀਆਂ, ਪਰ ਨਤੀਜਾ ਇਹਦਾ ਕਿ ਅੱਛਾ ਨਤੀਜਾ ਨਿਕਲੇ, ਕੁਛ ਸਮਝ ਸਕੀਏ, ਕੁਛ ਬਦਲ ਸਕੀਏ, ਕੁਛ ਇੱਕ ਆਪਣੇ ਆਪ ਨੂੰ, ਸੁਸਾਇਟੀ ਨੂੰ, ਜਿੱਥੇ ਵੀ ਤੁਹਾਡਾ ਇਨਫਲੂਐਂਸ ਹੈ। ਇਹ ਨਹੀਂ ਤੁਸੀਂ ਹਰ ਇੱਕ ਬੰਦੇ ਕੋਲ ਪਲੈਟਫਾਰਮ ਹੈ, ਹਰ ਇੱਕ ਬੰਦੇ ਕੋਲ ਪਲੈਟਫਾਰਮ ਨਹੀਂ ਹੈ, ਪਰ ਤੁਸੀਂ ਆਪਣਾ ਘਰ ਹੀ ਸੰਭਾਲ ਲਓ, ਉਹਨੂੰ ਹੀ ਸੰਵਾਰ ਲਓ। ਜਿਹੜੀ ਤੁਹਾਡੀ ਥੋੜ੍ਹੀ ਜਿਹੀ ਕੁੱਲ ਹੈ ਤੁਹਾਡਾ, ਉਹਨੂੰ ਹੀ ਸੰਵਾਰ ਲਓ। ਇਹ ਤਾਂ ਜੀ ਐਂਡ ਆਫ ਦ ਡੇ ਸੁਸਾਇਟੀ ਇਜ਼ ਮੀ ਐਂਡ ਸੁਸਾਇਟੀ ਇਜ਼ ਐਵਰੀਬਡੀ। ਸੋ ਅਸੀਂ ਨਹੀਂ ਬਦਲਾਂਗੇ ਤਾਂ ਸੁਸਾਇਟੀ ਕਿੱਦਾਂ ਬਦਲੇਗੀ? ਹਰ ਇੱਕ ਬੰਦੇ ਨੂੰ ਕਹਿਣਾ ਕਿ ਤੂੰ ਬਦਲ ਜਾਂ ਤੂੰ ਬਦਲ ਇਜ਼ ਨਾਟ ਗੁੱਡ ਇਨਫ। ਅਸੀਂ ਆਪਣੇ ਆਪ ਨੂੰ ਬਦਲੀਏ, ਤੇ ਅਸੀਂ ਜਿਹੜੀਆਂ ਆਰਗੇਨਾਈਜੇਸ਼ਨਸ ਹੈ ਉਹਨਾਂ ਨੂੰ ਅਕਾਊਂਟੇਬਲ ਸਮਝੀਏ ਕਿ ਤੁਸੀਂ ਵੀ ਗੱਲ ਕਰੋ ਇਹਦੇ ਬਾਰੇ। ਹੁਣ ਦੇਖੋ ਸਾਡੀ ਸੁਸਾਇਟੀ ਵਿੱਚ ਕੋਈ ਗੁਰਦੁਆਰੇ ਤੋਂ ਸਿਵਾਏ ਕੋਈ ਸੈਂਟਰ ਨਹੀਂ ਗਾ, ਅਸੀਂ ਕਿਤੇ ਨਹੀਂ ਜਾ ਕੇ ਸਲਾਹ ਮਸ਼ਵਰਾ ਕਰ ਸਕਦੇ, ਤੇ ਗੁਰਦੁਆਰਾ ਉਹ ਸੈਟਅਪ ਹੈ ਨਹੀਂ ਉੱਥੇ ਕਿ ਤੁਸੀਂ ਸੁਸਾਇਟੀ ਦੀਆਂ ਗੱਲਾਂ ਕਰ ਸਕੋ। ਉੱਥੇ ਗੁਰਦੁਆਰੇ ਦੀਆਂ ਗੱਲਾਂ ਹੁੰਦੀਆਂ, ਐਂਡ ਦੈਟਸ ਪ੍ਰੋਬੇਬਲੀ ਫੇਅਰ। ਠੀਕ ਹੈ, ਉੱਥੇ ਇਹੀ ਹੋਣੀਆਂ ਚਾਹੀਦੀਆਂ, ਕਿਉਂਕਿ ਉਹ ਵੀ ਇਕਵਿਪਡ ਨਹੀਂ ਗਏ, ਉਹਨਾਂ ਕੋਲ ਟ੍ਰੇਨਿੰਗ ਨਹੀਂ ਗਈ ਆ ਗੱਲਾਂ ਕਰਨ ਦੀ। ਪਰ ਫਿਰ ਜੇ ਉੱਥੇ ਨਹੀਂ ਹੈ ਤਾਂ ਹੋਰ ਕਿੱਥੇ ਹੈ? ਟੀਵੀ ਹੈ ਪਲੇਟਫਾਰਮ, ਰੇਡੀਓ ਹੈ ਪਲੇਟਫਾਰਮ, ਉੱਥੇ ਕਰਨੀਆਂ ਚਾਹੀਦੀਆਂ ਤਾਂ ਕਿ ਗੱਲਾਂ ਸੁਣ ਸਕਣ ਲੋਕ। ਮੇਬੀ ਦੈਟਸ ਅ ਗੁੱਡ ਵੇ, ਪਰ ਇਟਸ ਅ ਵਨ ਵੇ ਕਨਵਰਸੇਸ਼ਨ। ਡਾਕਟਰ ਸਾਹਿਬ ਤੁਸੀਂ ਸੋਚਦੇ ਹੋ ਕਿ ਇਹਦੇ ਲਈ ਕੋਈ ਵੱਖਰੇ ਜਿਹੜੇ ਨਾਨ ਰਿਲੀਜੀਅਸ ਕਮਿਊਨਿਟੀ ਪਲੇਸਿਸ ਹੋਣੇ ਚਾਹੀਦੇ ਆ? ਬਿਲਕੁਲ ਹੋਣੇ ਚਾਹੀਦੇ ਆ ਜੀ, ਹਰ ਇੱਕ ਕਮਿਊਨਿਟੀ ਨੇ ਬਣਾਏ ਆ। ਸਾਡੀ ਕਮਿਊਨਿਟੀ ਬਹੁਤ ਪਿੱਛੇ ਹੈ ਇਹਨਾਂ ਕੰਮਾਂ ਵਿੱਚ। ਹਰ ਇੱਕ ਕਮਿਊਨਿਟੀ ਨੇ ਸੀਨੀਅਰ ਸੈਂਟਰ ਬਣਾਏ ਨੇ, ਯੰਗ ਯੂਥ ਲਈ ਸੈਂਟਰ ਬਣਾਏ ਨੇ, ਫੈਮਲੀਜ਼ ਨੂੰ ਇਕੱਠੇ ਕਰਨ ਲਈ ਸੈਂਟਰ ਬਣਾਏ ਹੋਏ ਨੇ, ਹਰ ਇੱਕ ਕਮਿਊਨਿਟੀ ਨੇ ਬਣਾਏ ਆ। ਅਸੀਂ ਬਹੁਤ ਪਿੱਛੇ ਆ ਇਹਨਾਂ ਕੰਮਾਂ ਵਿੱਚ। ਜਿਹੜੇ 1-2 ਸੈਂਟਰ ਬਣੇ ਵੀ ਆ ਉਹ ਗੁਰਦੁਆਰਿਆਂ ਨਾਲ ਅਟੈਚ ਨੇ, ਤੇ ਉਹ ਬਾਬਾ ਹੀ ਜਾਂਦੇ ਆ ਉੱਥੇ।
ਉਹ ਤਾਸ਼ ਖੇਡ ਕੇ ਜਾਂ ਗੱਲਾਂ ਬਾਤਾਂ ਕਰਕੇ ਅਖਬਾਰ ਪੜ੍ਹ ਕੇ ਘਰ ਨੂੰ ਚੱਲ ਜਾਂਦੇ ਆ, ਉਹ ਇੱਕ ਦੂਏ ਨਾਲ ਗੱਲ ਕਰਕੇ। ਸੋ ਉਹ ਕਿੱਥੇ ਹੈ ਪਲੇਟਫਾਰਮ ਜਿੱਥੇ ਅਸੀਂ ਇੱਕ ਦੂਏ ਨਾਲ ਸਲਾਹ ਕਰ ਸਕੀਏ, ਜਿੱਥੇ ਅਸੀਂ ਡਿਬੇਟ ਕਰ ਸਕੀਏ। ਇਹ ਨਹੀਂ ਹੈਗਾ ਕਿ ਹਰ ਇੱਕ ਜੋ ਚੀਜ਼ ਮੈਂ ਕਹਿੰਦੀ ਹਰ ਇੱਕ ਚੀਜ਼ ਸਹੀ ਹੈ ਜਾਂ ਹਰ ਇੱਕ ਚੀਜ਼ ਮਾੜੀ ਹੈ। ਡਿਬੇਟ ਅੱਛੀ ਹੈ, ਮੈਨੂੰ ਵੀ ਮੈਂ ਵੀ ਵੱਧਦੀ ਹਾਂ ਉਹਦੇ ਨਾਲ, ਮੈਨੂੰ ਵੀ ਜ਼ਿਆਦਾ ਸਮਝ ਆਉਂਦੀ ਹੈ ਜੇ ਮੇਰੇ ਨਾਲ ਕੋਈ ਡਿਸਕਸ਼ਨ ਕਰੇ। ਪਰ ਉਹ ਡਿਸਕਸ਼ਨ ਫੋਰਮਸ ਹੈ ਨਹੀਂ ਕਿ ਜਿਹੜਾ ਰੇਡੀਓ ਤੇ ਡਿਸਕਸ਼ਨ ਫੋਰਮਸ ਹੁੰਦੇ ਆ ਉਹ ਮੇ ਬੀ ਕਈ ਲੋਕ ਜਾਣਦੇ ਆ ਪਰ ਹਰ ਇੱਕ ਨਹੀਂ ਜਾਣਦਾ। ਸੋ ਕਾਫੀ ਚੀਜ਼ਾਂ ਚਾਹੀਦੀਆਂ, ਇੱਕ ਚੀਜ਼ ਨਹੀਂ ਚਾਹੀਦੀ ਕਿ ਅਸੀਂ ਕਹੀਏ ਆਹੀ ਚੀਜ਼ ਚਾਹੀਦੀ ਹੈ, ਹਰ ਇੱਕ ਚੀਜ਼ ਚਾਹੀਦੀ ਹੈ। ਡਾਕਟਰ ਸਾਹਿਬ, ਹੁਣ ਜਿਹੜੀ ਮਾਈਗ੍ਰੇਸ਼ਨ ਹੋ ਰਹੀ ਹੈ ਇੰਡੀਆ ਤੋਂ ਪਾਰਟਿਕੂਲਰਲੀ, ਉਹ ਬਿਲਕੁਲ ਮੈਰਿਟ ਬੇਸਡ ਹੋ ਰਹੀ ਹੈ, ਜਾਂ ਤਾਂ PR ਆ ਰਹੇ ਨੇ ਲੋਕੀ, ਜਾਂ ਫਿਰ ਜ਼ਿਆਦਾ ਜਿਹੜੀ ਮੈਜੋਰਿਟੀ ਸਟੂਡੈਂਟਸ ਆ ਰਹੇ ਨੇ ਜਿਹੜੇ ਪਹਿਲਾਂ ਇੱਥੋਂ ਦੀ ਇਕੋਨਮੀ ਨੂੰ ਕੰਟਰੀਬਿਊਟ ਕਰਦੇ ਨੇ, ਫਿਰ ਆਪਣਾ ਪੜ੍ਹ ਕੇ ਕਰੀਅਰ ਬਣਾਉਂਦੇ ਨੇ, ਇੱਥੇ ਪੱਕੇ ਹੁੰਦੇ ਨੇ। ਤੇ ਉਹਨਾਂ ਪ੍ਰਤੀ ਵੀ ਕਈ ਜਿਹੜੇ ਪੁਰਾਣੇ ਲੋਕੀ ਨੇ ਆਪਣੇ, ਉਹ ਉਹਨਾਂ ਨੂੰ ਸਮਝਦੇ ਨੇ ਵੀ ਇਹ ਸਟੂਡੈਂਟ ਐਵੇਂ ਆ ਕੇ ਗੰਦ ਪਾਉਂਦੇ ਨੇ। ਉਹ ਇਸ ਐਕਸਟੈਂਟ ਤੱਕ ਕਈ ਵਾਰੀ ਉਹਨਾਂ ਤੇ ਇਲਜ਼ਾਮ ਤਰਾਮੀ ਕਰਦੇ ਨੇ। ਤੁਸੀਂ ਕੀ ਸੋਚਦੇ ਹੋ ਵੀ ਉਹ ਕੰਟਰੀਬਿਊਟਰ ਨੇ ਜਾਂ ਕੀ ਹੈਗਾ? ਜਿਹੜੀ ਗੱਲ ਰਹੀ ਵਿਤਕਰੇ ਦੀ, ਜਿਹੜਾ ਇੱਕ ਦੂਜੇ ਨਾਲ ਡਿਸਕ੍ਰਿਮੀਨੇਟ ਕਰਦੇ ਹਾਂ ਅਸੀਂ, ਇਹ ਸਿਰਫ ਗੋਰੇ ਪੰਜਾਬੀਆਂ ਨਾਲ ਨਹੀਂ ਗੀ, ਅਸੀਂ ਵਿੱਚ ਵੀ ਕਰਦੇ ਹਾਂ, ਇੱਕ ਦੂਏ ਨਾਲ ਵੀ ਕਰਦੇ ਹਾਂ, ਇੱਕ ਦੂਏ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ। ਕਿਉਂਕਿ ਜਿਹੜੀ ਤੁਸੀਂ ਅਸਿਮੀਲੇਸ਼ਨ ਤੇ ਇੰਟੀਗ੍ਰੇਸ਼ਨ ਦੀ ਗੱਲ ਕੀਤੀ ਸੀ ਨਾ, ਸੋਚਦੇ ਹਾਂ ਕਿ ਅਸੀਂ ਆ ਗਏ, ਦਰਵਾਜ਼ਾ ਬੰਦ ਕਰ ਦਿਓ, ਹੋਰ ਕਿਸੇ ਨੂੰ ਨਾ ਅੰਦਰ ਆਉਣ ਦਿਓ, ਤੇ ਜਿਹੜਾ ਕੋਈ ਆ ਰਿਹਾ ਉਹ ਮੇਰੇ ਤਰੀਕੇ ਨਾਲ ਆਵੇ। ਸੋ ਇਹ ਆਪਾਂ ਨੂੰ ਸੋਚ ਚੇਂਜ ਕਰਨੀ ਪੈਣੀ ਹੈ, ਕਿਉਂਕਿ ਜਿਹੜੇ ਬੱਚੇ ਆ ਰਹੇ ਉਹਨਾਂ ਦਾ ਮਕਸਦ ਹੋਰ ਹੈ, ਸਾਡਾ ਮਕਸਦ ਹੋਰ ਸੀਗਾ। ਉਹਨਾਂ ਦੇ ਹਲੇ ਫੈਮਿਲੀ ਸਪੋਰਟ ਕਰ ਰਹੀ ਹੈ। ਜਿਹੜੇ 75 ਤੋਂ ਬਾਅਦ ਲੋਕੀ ਆਏ ਨੇ, ਉਹਨਾਂ ਥੋੜ੍ਹੇ ਜਿਹੇ ਪੈਸੇ ਲੈ ਕੇ ਆਏ ਸੀ, ਉਹਨੇ ਆਪਣੇ ਆਪ ਤਹਿਾਂ ਲਾਈਆਂ ਕੰਮ ਦੀਆਂ, ਤੇ ਜਿਹੜੇ ਉਹ ਤੋਂ ਪਹਿਲਾਂ ਆਏ ਸੀ ਉਹਨਾਂ ਨੇ ਤਾਂ ਹੋਰ ਵੀ ਤਹਿਾਂ ਲਾਈਆਂ। ਪਰ ਹੁਣ ਜਿਹੜੇ ਬੱਚੇ ਆ ਰਹੇ ਦੇ ਕਮਿੰਗ ਵਿਦ ਮਨੀ, ਬਿਕਾਜ਼ ਉਹਨਾਂ ਦੇ ਪੇਰੈਂਟਸ ਉਹਨਾਂ ਨੂੰ ਸਪੋਰਟ ਕਰ ਰਹੇ ਨੇ, ਸਕੂਲਿੰਗ ਕਰ ਰਹੇ ਨੇ, ਸਕੂਲਿੰਗ ਤੋਂ ਬਾਅਦ ਉਹਨਾਂ ਨੇ ਆਪਣੇ ਪੈਰਾਂ 'ਤੇ ਖੜੇ ਹੋਣਾ। ਆਈ ਵੁੱਡ ਸੇ 90% ਬੱਚੇ ਠੀਕ ਨੇ, 10% ਖਰਾਬ ਨੇ, ਜਿਹੜੇ ਕਿ ਪਿੱਛੋਂ ਹੀ ਖਰਾਬ ਆਏ ਨੇ ਜਾਂ ਉਹਨਾਂ ਨੂੰ ਹੈ ਹੀ ਨਹੀਂ ਇੰਟਰਸਟ। ਉਹਨਾਂ ਨੇ ਕੈਨੇਡਾ ਪਹੁੰਚਣਾ ਸੀਗਾ, ਮੌਜਾਂ ਕਰ ਰਹੇ ਨੇ, ਐਸ਼ਾਂ ਕਰ ਰਹੇ ਨੇ, ਇੰਜੋਏ ਕਰ ਰਹੇ, ਮਾਂ ਬਾਪ ਦੇ ਪੈਸੇ ਬਰਬਾਦ ਕਰ ਰਹੇ ਆ, ਇੱਦਾਂ ਵੀ ਹੈਗਾ। ਪਰ ਇਹ ਜਿਹੜਾ ਆਪਾਂ ਹਰ ਇੱਕ ਨੂੰ ਇੱਕੋ ਲੇਬਲ ਦੇ ਨਾਲ ਕਹਿ ਦੀ, ਇਹ ਗਲਤ ਹੈ। ਬੱਚੇ ਬਹੁਤ ਅੱਛੇ ਬੱਚੇ ਆਉਂਦੇ ਆ ਪੜ੍ਹਨ ਲਈ, ਉਹਨਾਂ ਨੇ ਮਾਂ ਬਾਪ ਦੇ ਨਾਮ ਬੜੇ ਰੋਸ਼ਨ ਕਰਨੇ ਆ ਹਲੇ। ਸੋ ਇਹ ਵੀ ਹੈਗਾ, ਪਰ ਇਹ ਨਹੀਂ ਗਾ ਕਿ ਜਿਹੜੇ ਖਰਾਬ ਨੇ ਹਰ ਇੱਕ ਹੀ ਬੱਚਾ ਉਹਦੇ ਵਰਗਾ। ਸੋ ਆਈ ਥਿੰਕ ਕੈਨੇਡਾ ਨੂੰ ਯੰਗ ਪਾਪੂਲੇਸ਼ਨ ਚਾਹੀਦੀ ਹੈ, ਤਾਂ ਹੀ ਅਸੀਂ ਇੰਟਰਨੈਸ਼ਨਲ ਸਟੂਡੈਂਟ ਮੰਗਾ ਰਹੇ ਹਾਂ, ਤੇ ਇਹਨਾਂ ਨੇ ਹੀ ਸਾਡੀ ਕੰਟਰੀ ਬਣਾਉਣੀ ਹੈ। ਸੋ ਇਹਨਾਂ ਨੂੰ ਸਟਰੋਂਗ ਕਰਾਂਗੇ ਤਾਂ ਕਿ ਸਾਡੀ ਸੁਸਾਇਟੀ ਵੱਧਦੀ ਰਹੇ। ਸੋ ਅਸੀਂ ਇਹ ਨਹੀਂ ਸੋਚਣਾ ਚਾਹੀਦਾ ਕਿ ਇਹ ਮਾੜੇ ਇੱਥੇ ਆਏ ਨੇ, ਅਸੀਂ ਸੋਚਣਾ ਚਾਹੀਦਾ ਕਿ ਅੱਛਾ ਆਏ ਨੇ, ਸਾਡੀ ਇਕੋਨਮੀ ਨੂੰ ਵਧਾਉਣਗੇ, ਤੇ ਇਹਦੇ ਕਰਕੇ ਸਾਡੀ ਸਟੈਂਡਰਡ ਆਫ ਲਿਵਿੰਗ ਠੀਕ ਰਹੇਗੀ, ਨਹੀਂ ਤਾਂ ਸਾਡੀ ਸਟੈਂਡਰਡ ਆਫ ਲਿਵਿੰਗ ਘੱਟ ਜਾਏਗੀ। ਡਾਕਟਰ ਸਾਹਿਬ, ਅਖੀਰ ਦੇ ਵਿੱਚ ਤੁਸੀਂ ਕੋਈ ਅਪੀਲ ਕਰਨਾ ਚਾਹੋਗੇ ਆਪਣੀ ਕਮਿਊਨਿਟੀ ਨੂੰ, ਆਪਣੇ ਬੱਚਿਆਂ ਨੂੰ, ਸਟੂਡੈਂਟਸ ਨੂੰ, ਜਾਂ ਸਾਰੀ ਜਿਹੜੀ ਕਮਿਊਨਿਟੀ ਹੈ ਉਹਨਾਂ ਨੂੰ, ਕੋਈ ਆਪਣੇ ਤਰਫ ਤੋਂ? ਜਿੱਥੇ ਤੱਕ ਮੇਰਾ ਖਿਆਲ ਹੈ ਕਿ ਸਾਡੀ ਨਾ ਕਮਿਊਨੀਕੇਸ਼ਨ ਚੈਨਲਸ ਵਧਣੀਆਂ ਚਾਹੀਦੀਆਂ, ਸਾਨੂੰ ਡਿਸਕਸ਼ਨਸ ਜ਼ਿਆਦਾ ਕਰਨੀਆਂ ਚਾਹੀਦੀਆਂ। ਸਾਲ ਦੇ ਵਿੱਚ 100-150 ਡਿਸਕਸ਼ਨਸ ਹੋਣੀਆਂ ਚਾਹੀਦੀਆਂ ਸਾਡੀ ਕਮਿਊਨਿਟੀ ਵਿੱਚ ਇੱਕ ਦੂਏ ਨਾਲ। ਇੰਟਰਜਨਰੇਸ਼ਨਲ ਗੈਪ ਬਹੁਤ ਹੈ, ਜਿਹੜੀ ਅਸੀਂ ਬੋਲੀ ਬੋਲਦੇ ਹਾਂ ਜਾਂ ਬੱਚਾ ਬੋਲਦਾ ਹੈ, ਸ਼ਾਇਦ ਉਹ ਗੱਲਬਾਤ ਨਹੀਂ ਹੋ ਰਹੀ। ਤੁਸੀਂ ਸੀਕ ਆਊਟ ਕਰੋ, ਜੇ ਤੁਹਾਡੇ ਘਰ ਵਿੱਚ ਕੋਈ ਜਾਂ ਸੁਸਾਇਟੀ ਵਿੱਚ ਕੋਈ ਪ੍ਰੋਬਲਮ ਹੈ, ਤੁਸੀਂ ਹੈਲਪ ਲਵੋ। ਅਸੀਂ ਹੈਲਪ ਲੈਣ ਤੋਂ ਬਿਲਕੁਲ ਇਨਕਾਰ ਕਰ ਦਿੰਦੇ ਹਾਂ। ਅਸੀਂ ਸੋਚਦੇ ਹਾਂ ਬਾਹਰਲੇ ਬੰਦੇ ਨੂੰ ਅਸੀਂ ਕੁਝ ਦੱਸਣਾ ਨਹੀਂ ਗਾ, ਬਾਹਰਲਾ ਬੰਦਾ ਬੇਸ਼ੱਕ ਤੁਹਾਡੀ ਹੈਲਪ ਕਰਨ ਨੂੰ ਤਿਆਰ ਖੜਾ ਹੈ। ਸੋ ਸੁਸਾਇਟੀ ਨਾਲ ਸਟੈਪ ਇਨ ਸਟੈਪ ਚਲੋ, ਜਿੱਦਾਂ ਸੁਸਾਇਟੀ ਚੱਲ ਰਹੀ ਹੈ। ਤੇ ਜਿਹੜੇ ਮੈਂ ਐਮ ਬੀਇੰਗ ਆਈਡੀਅਲਿਸਟਿਕ ਕਿ ਜਿਹੜੇ ਚੰਗੇ ਗੁਣ ਹੈ ਉਹ ਵਧਾਓ ਤੇ ਜਿਹੜੇ ਮਾੜੇ ਉਹ ਛੱਡੋ, ਬੜਾ ਮੁਸ਼ਕਿਲ ਹੈ ਕਰਨਾ। ਪਰ ਐਂਡ ਆਫ ਦ ਡੇ ਤਾਂ ਮੈਂ ਇਹੀ ਤਾਕੀਦ ਕਰਦੀ ਹਾਂ ਲੋਕਾਂ ਨੂੰ ਕਿ ਆਪਣੇ ਵੱਲ ਦੇਖੋ, ਆਪਣੀ ਸੁਸਾਇਟੀ, ਇਹ ਆਪਾਂ ਸਾਰਿਆਂ ਨੇ ਸੁਸਾਇਟੀ ਬਣਾਉਣੀ ਹੈ। ਮੈਂ ਇਕੱਲੀ ਨੇ ਨਹੀਂ ਬਣਾਉਣੀ, ਤੁਸੀਂ ਇਕੱਲੇ ਨੇ ਨਹੀਂ ਬਣਾਉਣੀ, ਤੇ ਨਾ ਅਸੀਂ ਇਕੱਲਿਆਂ ਨੇ ਸਭ ਕੁਝ ਠੀਕ ਕਰ ਦੇਣਾ। ਇਹ ਤਾਂ ਇਕੱਠਿਆਂ ਨੂੰ ਕਰਕੇ ਕਰਨਾ ਪੈਣਾ। ਜਦੋਂ ਤੱਕ ਅਸੀਂ ਇਕੱਠ ਨਹੀਂ ਕਰ ਸਕਦੇ, ਉਦੋਂ ਤੱਕ ਸਾਡੇ ਵਿੱਚ ਇਹੀ ਪ੍ਰੋਬਲਮਸ ਆਈ ਜਾਣੀਆਂ, ਮੁੜ ਆਈ ਜਾਣੀਆਂ, ਤੇ ਇਹ ਪ੍ਰੋਬਲਮਸ ਨੂੰ ਹੱਲ ਲੱਭਣੇ ਚਾਹੀਦੇ ਆ। ਮੈਂ ਇਹ ਵੀ ਕਹਿਣਾ ਚਾਹੁੰਦੀ ਹਾਂ ਕਿ ਮੈਂ ਉਹਨਾਂ ਨੂੰ ਬਹੁਤ ਸਾਰੀ ਪ੍ਰਸ਼ੰਸਾ ਦੇਣੀ ਚਾਹੁੰਦੀ ਹਾਂ ਜਿਹੜਾ ਕਿ ਆਲਰੇਡੀ ਇਹ ਕੰਮ ਕਰ ਰਹੇ ਆ, ਕਿਉਂਕਿ ਇਹ ਨਾ ਕਹੋ ਕਿ ਹੋ ਹੀ ਨਹੀਂ ਰਿਹਾ, ਹੋ ਰਿਹਾ। ਬਹੁਤ ਸਾਰੇ ਲੋਕ ਇਸ ਕੰਮ ਵਿੱਚ ਰੁੱਝੇ ਹੋਏ ਨੇ, ਪਰ ਹਲੇ ਬਹੁਤ ਜ਼ਿਆਦਾ ਕੰਮ ਹਰ ਇੱਕ ਕਰਨ ਵਾਲਾ ਹੈ, ਉਹ ਸਾਨੂੰ ਕਰਨਾ ਚਾਹੀਦਾ। ਥੈਂਕ ਯੂ ਵੈਰੀ ਮਚ ਡਾਕਟਰ ਸਾਹਿਬ, ਤੁਸੀਂ ਇੰਨਾ ਸਮਾਂ ਕੱਢਿਆ ਸਾਡੇ ਲਈ ਤੇ ਇੰਨਾ ਦਿਲ ਖੋਲ ਕੇ ਗੱਲਾਂ ਕੀਤੀਆਂ। ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਹਾਡਾ ਧੰਨਵਾਦ।